सिख चैनल देख रहे यूके यूरोप ਅਤੇ देश विदेश की संगत ਨੂੰ ਵਾਹਿਗੁਰੂ जी का खालसा ਵਾਹਿਗੁਰੂ जी की फतेह। नवंबर 1984 सिखां ਦਾ ਕਤਲੇਆਮ जो दिल्ली ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵੱਲੋਂ ਕਰਾਇਆ ਗਿਆ ਤੇ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ। ਉਸ ਚੀਜ਼ ਨੂੰ ਲੈ ਕੇ ਦਲ ਖਾਲਸਾ ਦੇ ਵੱਲੋਂ ਅੱਜ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਭੰਡਾਰੀ ਪੁਲ ਤੋਂ ਇੱਕ ਰੋਸ ਮਾਰਚ ਜਿਹੜਾ ਆ ਉਹ ਕੱਢਿਆ ਜਾ ਰਿਹਾ, ਜਿਸ ਦੇ ਵਿੱਚ ਦਲ ਖਾਲਸਾ ਦੇ ਸਮੁੱਚੇ ਨੁਮਾਇੰਦੇ ਤੇ ਨਾਲ ਦੀ ਨਾਲ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਆ ਉਹ ਸ਼ਾਮਲ ਹੋ ਰਹੀਆਂ। ਤੁਸੀਂ ਦੇਖ ਸਕਦੇ ਜੇ ਕਿ ਇਹ ਮਾਰਚ ਜਿਹੜਾ ਆ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜਿਹੜਾ ਆ ਉਹ ਚੱਲਣ ਵਾਲਾ ਆ, ਕਿਉਂਕਿ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ। ਤੇ ਇਸ ਦੇ ਉੱਤੇ ਚਾਹੇ ਕਿ ਜਿਹੜੇ ਆਈ ਵਿਟਨੈਸ ਸੀ ਉਹਨਾਂ ਨੇ ਗਵਾਹੀਆਂ ਵੀ ਦਿੱਤੀਆਂ, ਸਾਰਾ ਕੁਝ ਹੋਇਆ, ਪਰ ਫਿਰ ਵੀ ਜਿਹੜੇ ਦੋਸ਼ੀ ਵਿਅਕਤੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕੀਤਾ ਗਿਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਡੱਕਿਆ ਗਿਆ। ਸੋ ਇਸ ਚੀਜ਼ ਨੂੰ ਲੈ ਕੇ ਇਹ ਮਾਰਚ ਜਿਹੜਾ ਆ ਅੱਜ ਇੱਥੋਂ ਨਿਕਲ ਰਿਹਾ ਹੈ। ਲਗਭਗ 12 ਕਮਿਸ਼ਨ ਜਿਹੜੇ ਆ ਉਹ ਬੈਠੇ ਤੇ ਉਸ ਤੋਂ ਬਾਅਦ ਵੀ ਕਈ ਇਨਕੁਆਇਰੀਆਂ ਹੋਈਆਂ, ਪਰ ਇਨਸਾਫ ਜਿਹੜਾ ਆ ਉਹ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਨਹੀਂ ਮਿਲਿਆ। ਸੋ ਇਸ ਚੀਜ਼ ਨੂੰ ਮੁੱਖ ਰੱਖਦਿਆਂ ਅੱਜ ਦਾ ਇਹ ਮਾਰਚ ਜਿਹੜਾ ਆ ਉਹ ਨਿਕਲ ਰਿਹਾ ਆ। ਦੋਸ਼ੀਆਂ ਨੂੰ ਸਜ਼ਾ ਜਿਹੜੀ ਆ ਉਹ ਦੇਣ ਦੀ ਗੱਲ ਕੀਤੀ ਜਾ ਰਹੀ ਆ। ਲਾਈਵ ਆ ਇਹ ਮਾਰਚ ਜਿਹੜਾ ਆ ਇੱਥੋਂ ਦਰਬਾਰ ਸਾਹਿਬ ਵਿਖੇ ਪਹੁੰਚਣਾ ਆ ਤੇ ਮਸ਼ਾਲ ਜਿਹੜੀਆਂ ਮਸ਼ਾਲਾਂ ਆ ਉਹ ਵੀ ਜਗਾਈਆਂ ਜਾਣੀਆਂ ਆ। ਤੁਸੀਂ ਦੇਖ ਸਕਦੇ ਜੇ ਕਿ ਬਹੁਤ ਸਾਰੇ ਪਰਿਵਾਰਕ ਮੈਂਬਰ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਮੈਂਬਰ ਵੀ ਸ਼ਾਮਲ ਜਿਹੜੇ ਆ ਉਹ ਵੀ ਹੋਏ ਆ ਤੇ ਦਲ ਖਾਲਸਾ ਦੇ ਨੁਮਾਇੰਦੇ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਆ। ਸੋ ਕਾਫੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਪਹੁੰਚੀ ਹੋਈ ਆ ਤੇ ਚਲਦਿਆਂ ਤੁਹਾਨੂੰ ਇਹ ਸਾਰਾ ਜਿਹੜਾ ਆ ਉਹ ਲਾਈਵ ਦਿਖਾਵਾਂਗੇ ਤੇ ਨਾਲ ਗੱਲਬਾਤ ਵੀ ਜਿਹੜੀ ਆ ਉਹ ਜਾਰੀ ਰਹੇਗੀ। ਨਵੰਬਰ 1984 ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਦੇ ਵਿੱਚ ਜੋ ਨਸਲਕੁਸ਼ੀ ਸਿੱਖਾਂ ਦੀ ਦਿੱਲੀ ਦੇ ਵਿੱਚ ਹੋਈ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਜੋ ਕਤਲੇਆਮ ਹੋਇਆ, ਉਸ ਦੇ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਜਿਹੜਾ ਆ ਉਹ ਨਾ ਮਿਲਣ ਨੂੰ ਲੈ ਕੇ ਸਿੱਖਾਂ ਦੇ ਵੱਲੋਂ ਹਰ ਸਾਲ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਆ ਤੇ ਹੁਣ ਵੀ ਅੱਜ ਵੀ ਭੰਡਾਰੀ ਪੁਲ ਅੰਮ੍ਰਿਤਸਰ ਤੋਂ ਰੋਸ ਪ੍ਰਦਰਸ਼ਨ ਦਲ ਖਾਲਸਾ ਦੇ ਵੱਲੋਂ ਕੀਤਾ ਜਾ ਰਿਹਾ, ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ ਨੇ। ਮਸ਼ਾਲਾਂ ਜਿਹੜੀਆਂ ਆ ਉਹ ਜਗਾਈਆਂ ਜਾ ਰਹੀਆਂ ਨੇ। ਨਵੰਬਰ 1984 ਦਾ ਸਿੱਖ ਕਤਲੇਆਮ ਦਾ ਇਨਸਾਫ ਕਿੱਥੇ ਆ ਉਹ ਪੁੱਛਿਆ ਜਾ ਰਿਹਾ। ਤੁਸੀਂ ਦੇਖ ਸਕਦੇ ਜੇ ਕਿ ਮੋਮਬੱਤੀਆਂ ਜਿਹੜੀਆਂ ਆ ਉਹ ਜਗਾਈਆਂ ਜਾ ਰਹੀਆਂ ਨੇ ਤੇ ਮਸ਼ਾਲਾਂ ਜਿਹੜੀਆਂ ਆ ਉਹ ਜਗਾਈਆਂ ਜਾ ਰਹੀਆਂ ਨੇ। ਬਿਲਕੁਲ ਤਿਆਰੀ ਜਿਹੜੀ ਇੱਥੋਂ ਹੋ ਚੁੱਕੀ ਆ। ਮੋਮਬੱਤੀਆਂ ਵੀ ਤੁਸੀਂ ਦੇਖ ਸਕਦੇ ਜੇ ਕਿ ਜਗਾ ਰਹੇ ਨੇ ਇੱਥੇ। ਸੋ ਸਮੁੱਚੀ ਦਲ ਖਾਲਸਾ ਦੀ ਜਿਹੜੀ ਲੀਡਰਸ਼ਿਪ ਆ ਉਹ ਇੱਥੇ ਮੌਜੂਦ ਨੇ, ਨੁਮਾਇੰਦੇ ਜਿਹੜੇ ਆ ਨਾਲ ਸੰਗਤਾਂ ਤੇ ਸਾਰੇ ਜਾਣੇ ਰਲ ਕੇ ਜਿਹੜੇ ਆ ਇਹ ਇਨਸਾਫ ਦੀ ਜਿਹੜੀ ਮੰਗ ਆ ਉਹ ਕਰ ਰਹੇ ਆ। ਸੋ ਇਹ ਇੱਕ ਬਹੁਤ ਹੀ ਵੱਡੀ ਭਾਰਤੀ ਹਕੂਮਤ ਦੀ ਨਲਾਇਕੀ ਕਹੀ ਜਾ ਰਹੀ ਆ ਕਿ ਜੋ ਅਜੇ ਤੱਕ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ। ਤੁਸੀਂ ਦੇਖ ਸਕਦੇ ਜੇ ਕਿ ਮਸ਼ਾਲਾਂ ਜਿਹੜੀਆਂ ਆ ਉਹ ਜਗਾਈਆਂ ਗਈਆਂ ਨੇ। ਸੋ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਮਾਰਚ ਜਿਹੜਾ ਆ ਉਹ ਨਿਕਲ ਰਿਹਾ ਆ। ਤੁਸੀਂ ਦੇਖ ਸਕਦੇ ਜੇ ਕਿ ਮਸ਼ਾਲਾਂ ਜਿਹੜੀਆਂ ਆ ਉਹ ਜਗਾ ਲਈਆਂ ਗਈਆਂ ਨੇ ਤੇ ਨਾਲ ਹੱਥਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੈਨਰ ਆ ਉਹ ਫੜੇ ਗਏ ਆ ਤਾਂ ਜੋ ਭਾਰਤੀ ਹਕੂਮਤ ਜਿਹੜੀ ਆ ਉਹ ਅਜੇ ਤੱਕ ਇਨਸਾਫ ਨਹੀਂ ਦੇ ਸਕੀ, ਉਸ ਦਾ ਸਮੁੱਚੀ ਦੁਨੀਆ ਨੂੰ ਜਿਹੜਾ ਆ ਉਹ ਪਤਾ ਲੱਗ ਸਕੇ ਕਿ ਇਨਸਾਫ ਜਿਹੜਾ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਕਿਉਂ ਨਹੀਂ ਮਿਲਿਆ। ਬਹੁਤ ਸਾਰੇ ਗਵਾਹ ਜਿਹੜੇ ਆ ਉਹਨਾਂ ਨੇ ਗਵਾਹੀਆਂ ਦਿੱਤੀਆਂ, ਪਰ ਉਸ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਜਿਹੜਾ ਆ ਉਹ ਅਜੇ ਤੱਕ ਨਹੀਂ ਮਿਲਿਆ। ਸੋ ਇਨਸਾਫ ਦੀ ਗੱਲ ਕਰਨ ਵਾਸਤੇ, ਇਨਸਾਫ ਮੰਗਣ ਵਾਸਤੇ ਇਹ ਸਾਰਾ ਅੱਜ ਦਾ ਜਿਹੜਾ ਮਾਰਚ ਆ ਉਹ ਨਿਕਲ ਰਿਹਾ ਆ। ਸੋ ਤੁਸੀਂ ਦੇਖ ਸਕਦੇ ਜੇ ਕਿ ਸੰਯੁਕਤ ਰਾਸ਼ਟਰ ਜਿਹੜਾ ਆ, ਸੰਯੁਕਤ ਰਾਸ਼ਟਰ ਦੇ ਵੱਲੋਂ ਜਿਹੜਾ ਆ ਉਹਨੂੰ ਵੀ ਗੁਹਾਰ ਲਗਾਈ ਗਈ ਸੀ, ਪਰ ਸੰਯੁਕਤ ਰਾਸ਼ਟਰ ਜਿਹੜਾ ਆ ਉਹ ਵੀ ਚੁੱਪਿਆ ਇਸ ਦੇ ਉੱਤੇ। UNO ਜਿਹੜਾ ਆ ਉਹ ਚੁੱਪਿਆ ਇਸ ਦੇ ਉੱਤੇ। ਸੋ ਇਹ ਸਾਰਾ ਕੁਝ ਜਿਹੜਾ ਆ ਕਿਉਂ ਹੋ ਰਿਹਾ ਆ, ਕਿਉਂ ਇਨਸਾਫ 'ਚ ਦੇਰੀ ਹੋ ਰਹੀ ਆ, ਕਿਉਂ ਇਨਸਾਫ ਨਹੀਂ ਮਿਲ ਰਿਹਾ, ਇਹ ਸਾਰਾ ਕੁਝ ਜਿਹੜਾ ਆ ਉਸੇ ਚੀਜ਼ ਨੂੰ ਮੁੱਖ ਰੱਖਦਿਆਂ ਹੀ ਅੱਜ ਦਾ ਇਹ ਮਾਰਚ ਜਿਹੜਾ ਆ ਤੁਸੀਂ ਦੇਖ ਸਕਦੇ ਜੇ ਕਿ ਇੱਕ ਵਿਸ਼ਾਲ ਮਾਰਚ ਜਿਹੜਾ ਆ ਉਹ ਨਿਕਲ ਰਿਹਾ ਆ। ਇਹਦੇ ਜਿਹੜੇ ਆ ਤੁਸੀਂ ਦੇਖ ਸਕਦੇ ਜੇ ਕਿ ਉਹ ਵੀ ਹੈਗੇ ਨੇ, ਧਾਮੀ ਸਾਹਿਬ ਖੜੇ ਨੇ, ਧਾਮੀ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ। ਧਾਮੀ ਸਾਹਿਬ ਕੀ ਕਹਿਣਾ ਚਾਹੋਗੇ, ਜੋ ਮਾਰਚ ਕੱਢਿਆ ਜਾ ਰਿਹਾ ਇਨਸਾਫ ਨਹੀਂ ਮਿਲਿਆ, 34 ਵਰੇ ਬੀਤ ਚੁੱਕੇ। ਹਾਂਜੀ, ਸਾਨੂੰ ਇਨਸਾਫ ਨਹੀਂ ਮਿਲਿਆ, 34 ਵਰੇ ਹੋ ਗਏ ਨੇ ਤੇ ਜਦ ਤੱਕ ਹਮੇਸ਼ਾ ਹੀ ਅਸੀਂ ਦਲ ਖਾਲਸਾ ਜਥੇਬੰਦੀ ਦੋ ਜਥੇਬੰਦੀਆਂ ਸਹਿਯੋਗ ਦੇ ਨਾਲ ਇਹ ਮਾਰਚ ਹਰ ਸਾਲ ਕੱਢਦੇ ਹਾਂ
ਜਦ ਹਿੰਦੁਸਤਾਨ ਦੀ ਸਰਕਾਰ ਕੋਲ ਸਾਨੂੰ ਆਸ ਵੀ ਕੋਈ ਨਹੀਂ ਹੈ। ਸਿੱਖ ਕੌਮ ਨੂੰ ਇਹ ਚਾਹੀਦਾ ਹੈ ਵੀ ਇਹਨਾਂ ਤੋਂ ਆਸ ਮਤ ਰੱਖੋ ਤੇ ਹਮੇਸ਼ਾ ਹੀ ਜਿਹੜਾ ਹੈ ਜਿਹੜਿਆਂ ਨੇ ਕਤਲ ਕੀਤਾ ਕਾਤਲਾਂ ਕੋਲੋਂ ਇਨਸਾਫ ਦੀ ਆਸ ਨਹੀਂ ਹੁੰਦੀ ਤੇ ਜਿਹੜੀ ਹੈ ਆਮ ਸਿੱਖ ਜਿਹੜਾ ਹੈ ਉਹਨੂੰ ਇਹ ਚਾਹੀਦਾ ਵੀ ਭਾਰਤ ਵਿੱਚ ਜਿਹੜੀ ਗੁਲਾਮ ਦੀ ਮਾਨਸਿਕਤਾ ਹੁੰਦੀ ਹੈ ਕਦੇ ਵੀ ਮਤਲਬ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਇਹਦੇ ਲਈ ਸੰਘਰਸ਼ ਕਰਨਾ ਪੈਂਦਾ। ਸਾਨੂੰ ਜਿਹੜਾ ਹੈ ਆਜ਼ਾਦੀ ਲਈ ਸੰਘਰਸ਼ ਕਰਨਾ ਚਾਹੀਦਾ। ਜਦ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੋ ਜਾਂਦੀ ਤਦ ਤੱਕ ਸਾਨੂੰ ਇਹ ਮਤਲਬ ਕਿ ਇਸੇ ਤਰ੍ਹਾਂ ਹੀ ਸਾਡੇ ਨਾਲ ਜ਼ੁਲਮ ਹੁੰਦੇ ਰਹਿਣਗੇ, ਬੇਇਨਸਾਫੀਆਂ ਹੁੰਦੀਆਂ ਰਹਿਣਗੀਆਂ। ਅਸੀਂ ਹਮੇਸ਼ਾ ਹੀ ਹਰ ਸਾਲ ਦੁਨੀਆ ਭਰ ਨੂੰ ਦੱਸਦੇ ਰਹਾਂਗੇ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ। ਸਿੱਖਾਂ ਦਾ ਹਜ਼ਾਰਾਂ ਤਾਦਾਦ ਕਤਲੇਆਮ ਹੋਇਆ ਪਰ ਅੱਜ ਤੱਕ ਸਾਨੂੰ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਇਹ ਜਿਹੜੀ ਹੈ ਦਲ ਖਾਲਸਾ ਜਥੇਬੰਦੀ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਹੈ ਮਿਸਾਲੀ ਜਿਹੜਾ ਹੈ ਪ੍ਰੋਟੈਸਟ ਕਰ ਰਹੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਦਰਬਾਰ ਸਾਹਿਬ ਤੱਕ ਜਿਹੜਾ ਹੈ ਸੰਘਰਸ਼ ਕਰਦੇ ਜਾਣਾ ਹੈ। ਵਾਹਿਗੁਰੂ ਤੇ ਇਹਦੇ ਵਿੱਚ ਇਸ ਵੇਲੇ ਸੈਂਕੜੇ ਤਾਦਾਦ ਵਿੱਚ ਜਿਹੜੇ ਨੇ ਸਿੱਖ ਕੌਮ ਦੇ ਜਜ਼ਬਿਆਂ ਦਾ ਪ੍ਰਗਟਾਵਾ ਕਰਦੇ ਹੋਏ ਇਹ ਮਿਸਾਲ ਦਾ ਮਤਲਬ ਹੀ ਇਹੀ ਹੈ ਵੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ 34 ਸਾਲ ਹੋ ਗਏ ਨੇ ਸਿੱਖ ਕੌਮ ਨਾਲ ਬੇਇਨਸਾਫੀ ਹੋਈ ਹੈ। ਇਹ ਮਿਸਾਲ ਜਿਹੜੀ ਹੈ ਹਮੇਸ਼ਾ ਜਗਦੀ ਰਹੇਗੀ ਜਦ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ। ਅੱਜ ਅਸੀਂ ਕਹਿੰਦੇ ਹਾਂ ਸਿੱਖ ਕੌਮ ਜਿਹੜੀ ਹੈ ਗੁਲਾਮ ਹੈ ਜਦ ਤੱਕ ਆਜ਼ਾਦ ਨਹੀਂ ਹੁੰਦੀ। ਇਹ ਗੁਲਾਮਾਂ ਨਾਲ ਹਮੇਸ਼ਾ ਵਰਤੀ ਜਿਹੜਾ ਵਰਤਾਰਾ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਹੁੰਦਾ ਰਹਿੰਦਾ। ਇਸ ਵਾਸਤੇ ਜਿਹੜਾ ਹੈ ਅੱਜ ਦਲ ਖਾਲਸਾ ਜਥੇਬੰਦੀ ਹੋਰ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਉੱਚੇ ਪੁਲ ਤੋਂ ਇਹ ਮਾਰਚ ਸ਼ੁਰੂ ਹੋਇਆ। ਦਰਬਾਰ ਸਾਹਿਬ ਤੱਕ ਅਸੀਂ ਜਾਵਾਂਗੇ। 1984 ਦੇ ਵਿੱਚ ਸਾਡੇ ਜਿਹੜੇ ਸਿੱਖਾਂ ਦੀਆਂ ਬੇਟੀਆਂ ਨੂੰ ਬੇਹਰਮਤ ਕੀਤਾ ਗਿਆ, ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਤੋਂ ਅਸੀਂ ਛੁਡਾਉਂਦੇ ਰਹੇ। ਹਿੰਦੁਸਤਾਨ ਦੀਆਂ ਗਲੀਆਂ ਦੇ ਵਿੱਚ ਦਿੱਲੀ ਦੇ ਗਲੀਆਂ ਦੇ ਵਿੱਚ ਸਿੱਖ ਕੌਮ ਦੀਆਂ ਜਿਹੜੀਆਂ ਭੈਣਾਂ ਨਾਲ ਬੇਇੱਜ਼ਤੀ ਹੋਈ, ਸਾਡੇ ਬਜ਼ੁਰਗਾਂ ਨਾਲ ਬੇਇੱਜ਼ਤੀ ਹੋਈ, ਸਿੱਖਾਂ ਨੂੰ ਸਿਰਾਂ ਦੇ ਵਿੱਚ ਟਹਿਰ ਪਾ ਕੇ ਸਾੜਿਆ ਗਿਆ। ਸਾਡੇ ਗੁਰੂ ਗ੍ਰੰਥ ਸਾਹਿਬ ਸੈਂਕੜੇ ਗੁਰਦੁਆਰਿਆਂ ਨੂੰ ਅਗਨ ਭੇਟ ਕੀਤਾ ਗਿਆ। ਸਿੱਖ ਕਦੇ ਵੀ ਭੁੱਲ ਨਹੀਂ ਸਕਦਾ। ਇਹ ਸੰਘਰਸ਼ ਜਿਹੜਾ ਸਾਡਾ ਜਾਰੀ ਹੈ, ਜਾਰੀ ਰਹੇਗਾ ਜਦ ਤੱਕ ਇਨਸਾਫ ਨਹੀਂ ਮਿਲਦਾ, ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਸੋ ਬਿਲਕੁਲ ਇਹ ਸਨ ਧਾਮੀ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ। ਸੋ ਤੁਸੀਂ ਦੇਖ ਸਕਦੇ ਜੇ ਕਿ ਮਾਰਚ ਜਿਹੜਾ ਹੈ ਉਹ ਭੰਡਾਰੀ ਪੁਲ ਤੋਂ ਚੱਲ ਪਿਆ ਆ। ਮਸ਼ਾਲਾਂ ਜਿਹੜੀਆਂ ਆ ਉਹ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਤੇ ਇਹ ਮਾਰਚ ਜਿਹੜਾ ਆ ਉਸ ਦੀ ਇੱਥੋਂ ਤਿਆਰੀ ਕੀਤੀ ਗਈ ਸੀ। 1 ਘੰਟਾ ਪਹਿਲਾਂ ਇੱਥੇ ਵੀ ਜਿਹੜਾ ਆ ਉਹ ਦੱਸਿਆ ਗਿਆ ਕਿ 34 ਵਰੇ ਬੀਤੇ, ਕਿੰਨੇ ਕਮਿਸ਼ਨ ਬੈਠੇ, ਕੀ ਕੁਝ ਹੋਇਆ, ਸਾਰਾ ਕੁਝ ਜੋ ਵੀ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਮਾਰਚ ਜਿਹੜਾ ਆ ਉਹ ਇੱਥੋਂ ਚੱਲ ਪਿਆ ਆ। ਸੋ ਅਸੀਂ ਇੱਥੇ ਗੱਲਬਾਤ ਕਰਾਂਗੇ ਬੀਬੀ ਸੰਦੀਪ ਕੌਰ ਖਾਲਸਾ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭੈਣ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਮਾਰਚ ਨਿਕਲਿਆ? ਅਸੀਂ 34 ਸਾਲਾਂ ਤੋਂ ਸੜਕਾਂ ਦੇ ਉੱਪਰ ਇਨਸਾਫ ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਕੋਈ ਇਨਸਾਫ ਨਹੀਂ ਹਜੇ ਤੱਕ ਮਿਲ ਰਿਹਾ ਹੈਗਾ ਤੇ ਅਸੀਂ ਇਹੀ ਅੱਜ ਰੋਸ ਪ੍ਰਗਟ ਕਰਨ ਆਏ ਹੈਗੇ ਆ ਕਿ ਸਾਨੂੰ ਸਿੱਖਾਂ ਨੂੰ ਨਵੰਬਰ 1984 ਦੇ ਜਿਹੜੇ ਸ਼ਹੀਦ ਹੈਗੇ ਉਹਨਾਂ ਦੇ ਡੁੱਲੇ ਖੂਨ ਦਾ ਸਾਨੂੰ ਜਿਹੜਾ ਹੈਗਾ ਵਾ ਉਹਦਾ ਇਨਸਾਫ ਮਿਲਣਾ ਚਾਹੀਦਾ ਹੈਗਾ। ਕਿਉਂ ਨਹੀਂ ਇਨਸਾਫ ਮਿਲਿਆ, ਕੀ ਸਮਝਦੇ ਜੇ? ਇੱਕ ਹੀ ਸਾਈਡ ਦਾ ਰਾਜ ਹੈਗਾ ਵਾ। ਘੱਟ ਗਿਣਤੀਆਂ ਨਾਲ ਬੇਇਨਸਾਫੀਆਂ ਹੀ ਹੋ ਰਹੀਆਂ ਨੇਗੀਆਂ ਤੇ ਬੇਇਨਸਾਫੀਆਂ ਹੀ ਹੁੰਦੀਆਂ ਰਹਿਣੀਆਂ ਨੇਗੀਆਂ। ਬਾਕੀ ਜਦੋਂ ਸਾਡੀ ਕੌਮ ਇੱਕ ਮੁੱਠ ਹੋ ਕੇ ਅਸੀਂ ਸਾਰੇ ਹੀ ਇਨਸਾਫ ਦੇ ਲਈ ਸੜਕਾਂ ਤੇ ਆਵਾਂਗੇ ਤੇ ਫਿਰ ਸ਼ਾਇਦ ਸਾਨੂੰ ਇਨਸਾਫ ਮਿਲ ਜਾਵੇ। ਸੋ ਇਹ ਸਨ ਬੀਬੀ ਸੰਦੀਪ ਕੌਰ ਖਾਲਸਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸੋ ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਨੇ ਸਰਦਾਰ ਹਰਪਾਲ ਸਿੰਘ ਜੀ ਚੀਮਾ, ਉਹਨਾਂ ਨਾਲ ਵੀ। ਚੀਮਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਉਸ ਸਬੰਧ ਦੇ ਵਿੱਚ? ਦੇਖੋ ਅਸੀਂ 34 ਸਾਲ ਤੋਂ ਸਿੱਖ ਕੌਮ ਹੈ ਜਿਹੜੀ ਉਹ ਹਿੰਦੁਸਤਾਨ ਦੇ ਨਾਲ ਇਹ ਮੁਜ਼ਾਹਰੇ ਕਰ ਰਹੀ ਹੈ ਔਰ ਇਸ ਆਸ ਦੇ ਉੱਤੇ ਕਿ ਸਿੱਖਾਂ ਨੂੰ ਇਨਸਾਫ ਮਿਲੂਗਾ। ਪਰ ਅਸੀਂ ਸਮਝਦੇ ਹਾਂ ਵੀ ਸਿੱਖਾਂ ਨੂੰ ਇਨਸਾਫ ਉਸੇ ਦਿਨ ਮਿਲੂਗਾ ਜਿੱਦਣ ਸਿੱਖਾਂ ਦਾ ਆਪਣਾ ਦੇਸ਼ ਹੋਇਆ, ਉਹਨਾਂ ਦਾ ਆਪਣਾ ਪ੍ਰਭੂ ਸੱਤਾ ਸੱਪਨ ਰਾਜ ਹੋਇਆ। ਨੌਜਵਾਨ ਇਸ ਗੱਲ ਨੂੰ ਸਮਝ ਚੁੱਕੇ ਆ। ਅੱਜ ਤੁਸੀਂ ਦੇਖੋ ਨੌਜਵਾਨਾਂ ਦਾ ਇਸ ਗੱਲ ਦੀਆਂ ਨਾ ਭਾਵਨਾਵਾਂ ਦੇ ਨਾਲ ਜੁੜਨਾ ਔਰ ਇੱਧਰ ਨੂੰ ਇਹ ਇਸ਼ਾਰਾ ਦੇ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਆਪਣਾ ਇਨਸਾਫ ਹੈ ਜਿਹੜਾ ਆਪ ਲਵੇਗੀ। ਹਾਂ ਅਸੀਂ ਇੱਕ ਗੱਲ ਦੀ ਜ਼ਰੂਰ ਮੰਗ ਕਰਦੇ ਹਾਂ ਕਿ UN ਹੈ ਜਿਹੜੀ ਉਹਨੂੰ ਇੰਟਰਵੀਨ ਕਰਨਾ ਚਾਹੀਦਾ ਹਿੰਦੁਸਤਾਨ ਦੇ ਵਿੱਚ। ਇਸ ਜਿਹੜੇ 1984 ਦੇ ਇਹ ਕਤਲੇਆਮ ਸੀ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਔਰ ਇਹ ਦੁਨੀਆ ਨੂੰ ਦੱਸਣਾ ਚਾਹੀਦਾ ਵੀ ਇਹਦਾ ਦੋਸ਼ੀ ਕੌਣ ਹੈ ਔਰ ਇਹ ਕਿਉਂ ਕੀਤੇ ਗਏ ਆ। ਸੋ ਜਿਹੜੇ ਲੋਕਾਂ ਨੇ ਆਪ ਕੀਤੇ ਹੋਣ, ਜਿਨ੍ਹਾਂ ਨੇ ਆਪ ਤੇਲ ਪਾਊਡਰ ਦਿੱਤਾ ਹੋਵੇ, ਆਪ ਬੰਦੇ ਢੋਏ ਹੋਣ, ਆਪ ਇਸ ਗੱਲ ਦੀ ਛੁੱਟੀ ਕੀਤੀ ਹੋਵੇ ਔਰ ਪੁਲਿਸ ਨੂੰ ਇਹ ਗੱਲ ਕਿਹਾ ਹੋਵੇ, ਉਸ ਤੋਂ ਅਸੀਂ ਇਨਸਾਫ ਦੀ ਕੀ ਆਸ ਰੱਖ ਸਕਦੇ ਹਾਂ। ਸੋ
ਯੂਐਨਓ ਇਸ ਚੀਜ਼ ਨੂੰ ਸੰਜੀਦਗੀ ਦੇ ਨਾਲ ਕਿਉਂ ਨਹੀਂ ਲੈ ਰਿਹਾ? ਦੇਖੋ, ਇਹ ਹਿੰਦੁਸਤਾਨ ਇੱਕ ਬਹੁਤ ਵੱਡਾ ਦੇਸ਼ ਹੈ, ਆਪਣੇ ਆਪ ਦੀ ਇੱਕ ਇਕੱਠੀ ਡੈਮੋਕ੍ਰੇਸੀ ਵੀ ਸ਼ੋਅ ਕਰਦਾ ਹੈ। ਹਰੇਕ ਦੇਸ਼ ਹੈ ਜਿਹੜਾ ਅੱਜ ਇਕਨੋਮਿਕ ਤੌਰ ਦੇ ਉੱਤੇ ਇਹਦੇ ਨਾਲ ਰਿਲੇਸ਼ਨ ਰੱਖਣੇ ਚਾਹੁੰਦਾ ਔਰ ਉਹ ਚਾਹੁੰਦਾ ਹੈ ਕਿ ਹਿੰਦੁਸਤਾਨ ਹੈ ਜਿਹੜਾ ਇਹਨੂੰ ਮਾਰਕੀਟ ਬਣਾਇਆ ਜਾਵੇ, ਇੱਥੇ ਆਪਣਾ ਮਾਲ ਵੇਚਿਆ ਜਾਵੇ। ਸੋ ਯੂਐਨਓ ਹੈ ਜਿਹੜੀ ਉਹ ਪੈਸੇ ਦੇ ਨਾਲ, ਵੱਡੇ ਦੇਸ਼ ਹੈ ਅਮਰੀਕਾ ਦੇ ਪੈਸੇ ਨਾਲ ਚੱਲਦੀ ਆ ਔਰ ਅਮਰੀਕਾ ਇਸ ਗੱਲ ਨੂੰ ਨਹੀਂ ਚਾਹੁੰਦਾ। ਔਰ ਜਦੋਂ ਅਮਰੀਕਾ ਨੇ ਚਾਹਿਆ ਉਸ ਦੇ ਵੇਲੇ ਜਿਹੜੀ ਯੂਐਨਓ ਇੰਟਰਵੀਨ ਜ਼ਰੂਰ ਕਰੇਗੀ ਹਰ ਹਾਲਤ ਦੇ ਵਿੱਚ, ਪਰ ਅਸੀਂ ਆਪਣਾ ਜਿਹੜੇ ਮਾਰਚ ਹੈ ਜਾਰੀ ਰੱਖਾਂਗੇ ਇਸ ਇਨਸਾਫ ਦੇ ਲਈ। ਸੋ ਇਹ ਸਨ ਹਰਪਾਲ ਸਿੰਘ ਚੀਮਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ। ਮੇਰੇ ਨਾਲ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਦਾ ਮਾਰਚ ਜਿਹੜਾ ਨਿਕਲ ਰਿਹਾ, 34 ਵਰੇ ਬੀਤ ਚੁੱਕੇ, ਇਨਸਾਫ ਨਹੀਂ ਮਿਲਿਆ, ਕੀ ਸਮਝਦੇ ਜੇ, ਕੀ ਦੇਖਦੇ? 34 ਵਰੇ ਬੀਤ ਚੁੱਕੇ ਨੇ ਤੇ ਭਾਵੇਂ 50 ਕੀ ਭਾਵੇਂ 100 ਵਰੇ ਬੀਤ ਜਾਣ, ਇਸ ਹਿੰਦੁਸਤਾਨ ਨੇ ਸਾਨੂੰ ਬਿਲਕੁਲ ਇਨਸਾਫ ਨਹੀਂ ਦੇਣਾ ਤੇ ਨਾ ਹੀ ਹੁਣ ਹਿੰਦੁਸਤਾਨ ਤੋਂ ਸਾਨੂੰ ਕੋਈ ਇਨਸਾਫ ਦੀ ਆਸ ਰਹੀ ਆ। 1947 ਦੇ ਵਿੱਚ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਪਰ ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਜ਼ੁਲਮ, ਧੱਕੇਸ਼ਾਹੀ ਕੀਤੀ ਗਈ। 1955 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ, 1984 ਵਿੱਚ ਦਰਬਾਰ ਸਾਹਿਬ ਤੇ ਅਟੈਕ, ਉਸ ਤੋਂ ਬਾਅਦ ਦਿੱਲੀ ਵਿੱਚ ਵੀ ਸਾਡੇ ਉੱਤੇ ਘੱਲੂਘਾਰਾ ਵਾਪਰਿਆ ਗਿਆ ਤੇ ਅੱਜ ਵੀ ਸਿੱਖ ਕੌਮ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ, ਪਰ ਇੱਥੇ ਕੋਈ ਇਨਸਾਫ ਨਹੀਂ। ਸੋ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਲੋੜ ਨੂੰ ਮੱਘਦਾ ਰੱਖਣਾ ਚਾਹੀਦਾ ਆ ਤੇ ਖਾਲਿਸਤਾਨ ਦੇ ਸੰਘਰਸ਼ ਵੱਲ ਅੱਗੇ ਵਧਣਾ ਚਾਹੀਦਾ ਆ, ਜਿੱਥੇ ਸਿੱਖ ਬੋਲੀ, ਸਿੱਖ ਸਿਧਾਂਤ, ਸਿੱਖ ਫਲਸਫਾ ਸੁਰੱਖਿਅਤ ਰਹਿ ਸਕਦਾ ਆ। ਮਾਰਚ ਦੇ ਰੂਪ ਦੇ ਵਿੱਚ ਸਰਕਾਰਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਚਾਹੇ ਬਾਦਲ ਕੇ ਹੋਣ, ਚਾਹੇ ਕੈਪਟਨ ਹੋਣ, ਚਾਹੇ ਕੇਜਰੀਵਾਲ ਤੇ ਚਾਹੇ ਕੋਈ ਹੋਰ, ਕਿਸੇ ਵੀ ਪਾਰਟੀ ਨੇ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਤੇ ਨਾ ਹੀ ਕੋਈ ਪਾਰਟੀ ਉਹ ਸਿੱਖ ਹਿੱਤਾਂ ਦੇ ਹੱਕ ਵਿੱਚ ਭੁਗਤਦੀ ਏ। ਸੋ ਇਸ ਕਰਕੇ ਸਿੱਖਾਂ ਨੂੰ ਇਹਨਾਂ ਤੋਂ ਇਨਸਾਫ ਦੀ ਆਸ ਲਾ ਦੇਣੀ ਚਾਹੀਦੀ ਹੈ ਤੇ ਆਪਣੀ ਆਜ਼ਾਦੀ ਦੇ ਸੰਘਰਸ਼ ਵੱਲ ਅੱਗੇ ਵਧਣਾ ਚਾਹੀਦਾ ਆ। ਜਿਸ ਤਰ੍ਹਾਂ ਅੱਜ ਦਲ ਖਾਲਸਾ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ ਆ, ਹਜ਼ਾਰਾਂ ਹੀ ਸਿੱਖ ਨੌਜਵਾਨ ਆਪਣੇ ਹੱਥਾਂ ਦੇ ਵਿੱਚ ਖਾਲਿਸਤਾਨ ਦੇ ਝੰਡੇ ਲੈ ਕੇ ਤੇ ਆਜ਼ਾਦੀ ਦੀ ਲੋਹ ਨੂੰ ਅੱਗੇ ਵਧਾ ਰਹੇ ਨੇ ਜੀ। ਜੀ ਸੋ ਬਿਲਕੁਲ ਇਹ ਸਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਤੁਸੀਂ ਦੇਖ ਸਕਦੇ ਜੇ ਕਿ ਇਹ ਮਾਰਚ ਜਿਹੜਾ 1984 ਨੂੰ ਲੈ ਕੇ ਨਿਕਲ ਰਿਹਾ ਹੈ, ਨਵੰਬਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਔਰਤਾਂ ਦੀ, ਸਿੱਖ ਔਰਤਾਂ ਦੀ ਬੇਪਤੀ ਕੀਤੀ ਗਈ ਤੇ ਜਿਵੇਂ ਉੱਥੇ ਘਰਾਂ ਦੇ ਵਿੱਚੋਂ ਕੱਢ ਕੇ ਸਿੱਖਾਂ ਨੂੰ ਜਿਹੜਾ ਆ ਉਹ ਸਾੜਿਆ ਗਿਆ, ਕਤਲੇਆਮ ਕੀਤਾ ਗਿਆ, ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮਾਰਚ ਜਿਹੜਾ ਆ ਉਹ ਨਿਕਲ ਰਿਹਾ ਆ ਤੇ ਤੁਸੀਂ ਦੇਖ ਸਕਦੇ ਜੇ ਕਿ ਇਹ ਮਾਰਚ ਜਿਹੜਾ ਆ ਉਹ ਕਿਵੇਂ ਜਿਹੜਾ ਆ ਉਹ ਆ ਰਿਹਾ ਆ। ਸੋ ਤੁਸੀਂ ਦੇਖ ਸਕਦੇ ਜੇ ਕਿ ਮਸ਼ਾਲਾਂ ਜਿਹੜੀਆਂ ਆ ਉਹ ਜਗ ਰਹੀਆਂ ਨੇ ਤੇ ਇਹ ਮਸ਼ਾਲਾਂ ਦੇ ਰੂਪ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ ਤੇ ਬਹੁਤ ਸਾਰੇ ਅੰਮ੍ਰਿਤਸਰ ਦੇ ਤੇ ਪੰਜਾਬ ਦੇ ਨਿਵਾਸੀ ਤੇ ਪੀੜਤ ਪਰਿਵਾਰ ਜਿਹੜੇ ਆ ਉਹ ਸ਼ਾਮਲ ਹੋਏ ਨੇ, ਜਿਹੜੇ ਇਸ ਮਾਰਚ ਦੇ ਰੂਪ ਦੇ ਵਿੱਚ ਭੰਡਾਰੀ ਪੁਲ ਤੋਂ ਚੱਲ ਕੇ ਦਰਬਾਰ ਸਾਹਿਬ ਤੱਕ ਇਸੇ ਤਰ੍ਹਾਂ ਹੀ ਮਸ਼ਾਲਾਂ ਜਗਾਉਂਦੇ ਹੋਏ ਲੈ ਕੇ ਜਾਣਗੇ ਤੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਨੇ, ਜਿਹੜੇ ਲੋਕਾਂ ਦਾ ਇਸ ਕਤਲੇਆਮ ਦੇ ਵਿੱਚ ਹੱਥ ਸੀਗਾ, ਉਹ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ। ਯੂਐਨਓ ਤੱਕ ਗੱਲ ਪਹੁੰਚਾਉਣ ਦੀ ਜਿਹੜਾ ਆ ਉਹ ਇਹ ਮਾਰਚ ਕੰਮ ਕਰੇਗਾ। ਸੋ ਇਸ ਵੇਲੇ ਮਾਰਚ ਜਿਹੜਾ ਆ ਉਹ ਹਾਲਗੇਟ ਵਿਖੇ ਪਹੁੰਚ ਚੁੱਕਿਆ ਆ। ਹਾਲਗੇਟ ਤੁਸੀਂ ਦੇਖ ਸਕਦੇ ਜੇ ਕਿ ਜਿਹੜਾ ਦਰਵਾਜ਼ਾ ਆ ਉਸ ਤੋਂ ਐਂਟਰ ਹੋ ਰਿਹਾ ਆ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਵੀ ਨਾਲ ਲਗਾਇਆ ਗਿਆ ਤਾਂ ਜੋ ਕਿਸੇ ਕਿਸਮ ਦਾ ਕੋਈ ਵੀ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਨਾ ਕਰ ਸਕੇ, ਕੋਈ ਅਜਿਹੀ ਗੱਲ ਨਾ ਹੋਵੇ ਜਿਹੜੀ ਨਾ ਬਰਦਾਸ਼ਤ ਕਰਨ ਯੋਗ ਹੋਵੇ। ਸੋ ਆਪ ਜੀ ਦੇਖ ਸਕਦੇ ਜੇ ਕਿ ਮਾਰਚ ਜਿਹੜਾ ਆ ਇਹ ਸ਼ਾਮ ਦੇ ਸਮੇਂ ਜਿਹੜਾ ਆ ਉਹ ਨਿਕਲ ਰਿਹਾ ਆ ਤੇ ਇਸੇ ਤਰ੍ਹਾਂ ਹੀ ਇਹ ਸਾਰੀ ਸੰਗਤ ਜਿਹੜੀ ਇਸ ਮਾਰਚ ਦੇ ਵਿੱਚ ਸ਼ਾਮਲ ਹੋਈ ਹੈ ਇਸੇ ਤਰ੍ਹਾਂ ਹੀ ਚੱਲਦਿਆਂ ਹੋਇਆਂ ਦਰਬਾਰ ਸਾਹਿਬ ਤੱਕ ਜਿਹੜੀ ਆ ਉਹ ਪਹੁੰਚੇਗੀ। ਲਾਲ ਤੋਂ ਕੱਟ ਦਿਆ ਕਰ। ਕੋਈ ਇਨਸਾਫ ਨਹੀਂ, ਨਸੀਹਤ ਦਿੱਤੀ ਜਾਂਦੀ ਹੈ ਕਿ ਤੁਸੀਂ ਭੁੱਲ ਜਾਓ। ਜੇ ਭਾਰਤ ਦੇ ਅੰਦਰ ਰਾਵਣ ਦਾ ਇੰਨੇ ਚਿਰ ਤੋਂ ਬਾਅਦ ਵੀ ਉਹਨੂੰ ਰੋਕਿਆ ਜਾਂਦਾ ਹੈ ਤੇ ਇਹ
ਆਕਰਮਣ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਵੇਂ ਭੁੱਲ ਜਾਈਏ। ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ। ਸੋ ਮੇਰੇ ਨਾਲ ਨੇ ਇਸ ਵੇਲੇ ਭਾਈ ਮੋਹਕਮ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ? 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਨਾ ਮਿਲਣਾ ਕਿਵੇਂ ਦੇਖਦੇ ਜੇ ਸੀ? ਮੈਂ ਸਮਝਦਾ ਕਿ ਅਸੀਂ 34 ਸਾਲ ਪਹਿਲਾਂ ਨਹੀਂ, ਅਸੀਂ ਅੱਜ ਤੋਂ 34 ਸਾਲ ਪਹਿਲਾਂ ਵੀ ਇਹ ਕਹਿ ਰਹੇ ਸੀ ਇਨਸਾਫ ਨਹੀਂ ਮਿਲੇਗਾ। ਦੋ ਗੱਲਾਂ ਨੇ, ਇਨਸਾਫ ਲੈਣਾ ਕਿੰਨੇ ਆ? ਜੇ ਸਿੱਖ ਇਨਸਾਫ ਲੈਣਾ ਹੁੰਦਾ ਤੇ ਸਿੱਖ ਸਹੀ ਫੈਸਲਾ ਕਰਦੇ। ਸਿੱਖ ਇਨਸਾਫ ਲੈਣਾ ਨਹੀਂ ਚਾਹੁੰਦੇ। ਜੇ ਲੀਡਰਸ਼ਿਪ ਉਹਨਾਂ ਬਾਦਲ ਵਰਗੀ ਚੁਣਨੀ ਹੈ, ਬਰਨਾਲੇ ਵਰਗੀ ਚੁਣਨੀ ਹੈ, ਇਹੋ ਜਿਹੇ ਲੋਕ ਚੁਣਨੇ ਆ ਤੇ ਮੁੜ ਕੇ ਕਹੋ ਜੀ ਸਾਨੂੰ ਇਨਸਾਫ ਮਿਲੇਗਾ। ਇਨਸਾਫ ਲੈ ਕੇ ਦਊ ਲੀਡਰਸ਼ਿਪ। ਸਿੱਖ ਲੀਡਰ ਚੁਣਨ ਵਿੱਚ ਗਲਤੀ ਕਰਕੇ ਇਸ ਲਈ ਇਨਸਾਫ ਨਹੀਂ ਹੋਇਆ। ਸਿੱਖਾਂ ਨੂੰ ਮੂਲੋਂ ਪੁਰਾਣੀ ਲੀਡਰਸ਼ਿਪ ਰੱਦ ਕਰਕੇ ਬਿਲਕੁਲ ਨਵੀਂ ਨਕੋਰ ਲਿਆਉਣੀ ਚਾਹੀਦੀ ਜਿਹੜੀ ਇਨਸਾਫ ਲੈਣਾ ਚਾਹੁੰਦੀ ਆ। ਇਹ ਸਮੱਸਿਆ ਸਭ ਤੋਂ ਵੱਡੀ, ਸਿੱਖ ਲੀਡਰ ਚੁਣਨ ਵਿੱਚ ਗਲਤੀ ਹੋ ਗਈ ਸਿੱਖਾਂ ਤੋਂ, ਇਸ ਲਈ ਇਨਸਾਫ ਨਹੀਂ ਹੋਇਆ ਤੇ ਨਾ ਹੋਣਾ, ਨਾ ਉਹ ਲੈਣਾ ਚਾਹੁੰਦੇ ਆ। ਕਿਉਂਕਿ ਦਰਬਾਰ ਸਾਹਿਬ ਦਾ ਹਮਲਾ ਜਿਹੜਾ ਹੈ ਉਹ ਉਹਨਾਂ ਦੀ ਸ਼ਮੂਲੀਅਤ ਨਾਲ ਹੋਇਆ। ਜਦੋਂ ਉੱਥੇ ਇਨਸਾਫ ਵਾਸਤੇ ਉਹ ਜ਼ੋਰ ਪਾਉਣਗੇ ਇਮਾਨਦਾਰੀ ਦਾ, ਤੇ ਉਹ ਇਹਨਾਂ ਦੇ ਸਾਹਮਣੇ ਇਹਨਾਂ ਦੇ ਕਾਗਜ਼ ਨੰਗੇ ਕਰਦੇ ਵੀ ਤੁਹਾਡੀ ਸਹਿਮਤੀ ਨਾਲ ਅਸੀਂ ਹਮਲਾ ਕੀਤਾ। ਇਸ ਲਈ ਇਹ ਸਿਰਫ ਰੌਲਾ ਰੱਪਾ ਪਾਉਣਾ ਚਾਹੁੰਦੇ ਆ, ਇਨਸਾਫ ਲੈਣਾ ਨਹੀਂ ਚਾਹੁੰਦੇ। ਇਹਦਾ ਹੱਲ ਇਹ ਆ ਕਿ ਪੁਰਾਣੀ ਲੀਡਰਸ਼ਿਪ ਨੂੰ ਮੂਲੋਂ ਰੱਦ ਕਰਕੇ ਸਾਈਡ ਤੇ ਕਰਕੇ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਤਾਂ ਕਿ ਉਹ ਇਨਸਾਫ ਲੈ ਸਕੇ ਤੇ ਇਨਸਾਫ ਮਿਲ ਸਕਦਾ। ਵਰਨਾ ਇਨਸਾਫ ਲੈਣ ਦਾ ਕੋਈ ਰਸਤਾ ਨਹੀਂ। ਸਭ ਬਲੌਕ ਨੇ, ਸਾਰੀਆਂ ਗੱਲਾਂ ਨੇ ਕਹਿਣ ਕਹਾਉਣ ਦੀਆਂ। ਅਸੀਂ ਵੀ ਰੌਲਾ ਹੀ ਪਾ ਰਹੇ ਹਾਂ ਕਿ ਇਨਸਾਫ ਦਿਓ, ਇਨਸਾਫ ਦਿਓ। ਇਨਸਾਫ ਦੇਣਾ ਕਿੰਨੇ ਆ? ਬਾਦਲ ਨੇ ਲੈਣਾ ਨਾ ਦਿੱਲੀ ਨੇ ਦੇਣਾ। ਠੀਕ ਹੈ, ਇਸ ਵਾਸਤੇ ਜਿੰਨਾ ਚਿਰ ਬਾਦਲ ਹੀ ਲਾਣਾ ਸਿੱਖ ਸਿਆਸਤ ਹੈ, ਚਾਹੇ ਉਹ SGPC 'ਚ ਆ, ਚਾਹੇ ਤਖਤਾਂ ਦੇ ਬੈਠਾ ਹੋਇਆ, ਚਾਹੇ ਉਹ ਅਕਾਲੀ ਦਲ ਦੇ ਰੂਪ 'ਚ ਹੈ, ਚਾਹੇ ਉਹ ਸਰਕਾਰ ਦੇ ਰੂਪ 'ਚ ਹੈ, ਉਹਨਾਂ 'ਚ ਇਨਸਾਫ ਨਹੀਂ ਹੋ ਸਕਦਾ। ਸਿੱਖ ਇਸ ਲੀਡਰਸ਼ਿਪ ਨੂੰ ਸਾਈਡ ਤੇ ਕਰ ਦੇਣ, ਅਗਲੇ ਦਿਨ ਇਨਸਾਫ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੋ ਜਾਏਗਾ ਕਿ। ਸੋ ਬਿਲਕੁਲ ਜਿਵੇਂ ਭਾਈ ਮੋਹਕਮ ਸਿੰਘ ਹੋਰਾਂ ਨੇ ਦੱਸਿਆ ਕਿ ਲੀਡਰਸ਼ਿਪ ਜਿਹੜੀ ਆ ਉਸ ਯੋਗ ਨਹੀਂ ਜੋ ਇਨਸਾਫ ਜਿਹੜਾ ਆ ਉਹ ਲੈ ਸਕੇ। ਭਾਈ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੁੰਦੇ? ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਗਤ ਨੂੰ ਤਾਂ ਅਪੀਲ ਹੀ ਆ ਜੀ, ਬੇਨਤੀਆਂ ਵਾ। ਹਰ ਸਾਲ ਮਾਰਚ ਜਿਹੜਾ ਵਾ ਜਦੋਂ ਵੀ ਸਿੰਘ ਲੀਕ ਤੇ ਆ ਸੰਗਤ ਜਿਹੜੀ ਸੰਯੋਗ ਦਿੰਦੀ ਆ। ਤੇ ਕੱਲ ਦਾ ਵੀ ਸਿੰਘ SGPC ਵੱਲੋਂ ਵੀ ਕੁਝ ਰੋਸ ਕੀਤਾ ਗਿਆ ਵਾ। ਸਰਕਾਰਾਂ ਨੂੰ ਆਪਣਾ ਫਰਜ਼ ਸਾਹਮਣਾ ਚਾਹੀਦਾ। ਜੇ ਗੁਰੂ ਸਾਹਿਬ ਨੇ ਕੈਪਟਨ ਪਰਿਵਾਰ ਨੂੰ ਮਾਨ ਸਤਿਕਾਰ ਦਿੱਤਾ, ਇਹ ਥੋੜਾ ਕਿ ਤੁਸੀਂ ਮਾਨ ਸਤਿਕਾਰ ਗਲਤ ਤਰੀਕੇ ਨਾਲ ਵਰਤੀ ਜਾਓ। ਸਰਕਾਰ ਦਾ ਸੋਚੋ, ਬੱਚਿਆਂ ਦਾ ਸੋਚੋ। ਇਹ ਸਿੱਖ ਕੌਮ ਬਹੁਤ ਵਿਰਸਾ ਵੱਡਾ ਬਹਾਨ ਆ। ਕੋਈ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ। ਜੋ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ, ਉਹ ਮਰਜ਼ਾਦਾ ਦੇ ਸਦਾ ਚੱਲਦੇ ਰਹਿਣਾ ਚਾਹੀਦਾ। ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਾਤਾ ਸਤਿਗੁਰ ਬੰਦੀ ਛੋੜਿਆ, ਜੀਵਨ ਨਮੂਦ ਕਰੇ। ਡੀਨਾ ਬਾਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬਾਰ ਸਾਹਿਬ ਜੀ ਦੀਵਾਲੀ ਗੁਰਪੁਰਬ ਆ ਰਿਹਾ। ਸੰਗਤ ਨੂੰ ਬੇਨਤੀ ਆ ਭਾਈ, ਉਹ ਵੀ ਆਪਾਂ ਸੰਗਤ ਦਾ ਸੰਯੋਗ ਦਈਏ, ਵੱਧ ਤੋਂ ਵੱਧ ਬੇਨਤੀਆਂ। ਪਰ ਇਹ ਕੁਝ ਵਜ੍ਹਾ ਕਰਕੇ ਸੰਗਤ ਦੇ ਰੋਸ ਦੇ ਵਿੱਚ ਇਹ ਸੰਗਤ ਨੂੰ ਬੇਨਤੀ ਹੈ। 84 ਦੇ ਦੰਗੇ ਹੁਣ ਤੱਕ ਨਹੀਂ, 35 ਸਾਲ ਹੋ ਗਏ ਆ ਕਈ ਕੁਛ ਇੱਦਾਂ ਕੁਛ ਹੁੰਦਾ। ਹਿੰਦੁਸਤਾਨ ਪਾਕਿਸਤਾਨ ਦਾ ਸ੍ਰੀਨਗਰ ਚ ਗੋਰੀ ਨਹੀਂ ਚੱਲ ਰਹੀ ਆ, ਉੱਥੇ ਕੋਈ ਫਾਰੂਕ ਅਬਦੁੱਲਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਨਹੀਂ ਰਹੇ। ਪਰ ਇੱਥੇ ਸਿੱਖ ਕੌਮ ਜੇ ਹੱਕ 'ਚ ਸੱਚ ਦੀ ਕੋਈ ਮੰਗ ਰਹੀ ਆ, 84 ਦੇ ਦੰਗਿਆਂ ਦੇ ਕੋ ਦੋ ਭਾਈ ਆਪੋ ਭਾਈ ਤੁਹਾਨੂੰ ਪਈ ਆ। ਤੁਸੀਂ ਕੋ ਸੋਚੋ, ਬਾਹਰ ਦੇ ਸਿੰਘ ਇੰਨੀ ਹੈਲਪ ਕਰ ਰਹੇ ਆ। ਉਹ ਪੰਜਾਬ 'ਚ ਜਦੋਂ ਇਹੋ ਜਿਹੀਆਂ ਖਬਰਾਂ ਜਾਂਦੀਆਂ ਕਿ ਕੁਛ ਇੱਥੇ ਇਨਸਾਫ ਨਹੀਂ ਹੋ ਰਿਹਾ, ਬਹੁਤ ਮਨ ਦੁਖੀ ਹੁੰਦਾ। ਸੋ ਸੰਗਤਾਂ ਨੂੰ, ਬਾਹਰ ਦੇ ਸਿੰਘਾਂ ਨੂੰ ਖੁੱਲ੍ਹ ਕਰਕੇ ਬੇਨਤੀ ਆ, ਵੱਧ ਤੋਂ ਵੱਧ ਸਿੰਘਾਂ ਨਾਲ ਸੰਯੋਗ ਦਿਓ। ਔਰ ਇਸੇ ਤਰ੍ਹਾਂ ਇਹ ਮਾਰਚ ਜਿਹੜੇ ਆ ਵੱਧ ਤੋਂ ਵੱਧ ਜਿੰਨਾ ਤੱਕ ਸਾਨੂੰ ਸਾਹਬ ਇਹ ਧਰਤੀ ਤੋਂ ਮਹਾਰਾਜ ਸਾਹਿਬ ਜੀ ਹੱਕ ਸੱਚ ਦੀ ਗੱਲ ਜਿਹੜੀ ਸਦਾ ਹੁੰਦੀ ਆਈ ਆ ਅਕਾਲ ਤਖਤ ਸਾਹਿਬ ਤੋਂ, ਉਹ ਸਦਾ ਹੁੰਦੀ ਰਹਿਣੀ ਆ। ਸੋ ਸੰਗਤ ਨੂੰ ਬੇਨਤੀ ਆ ਭਾਈ ਮਾਰਚ ਨਾਲ ਵੱਧ ਚੜ੍ਹ ਕੇ ਹਾਜ਼ਰੀ ਭਰੋ। 550 ਸਾਲਾ ਜੋ ਗੁਰੂ ਸਾਹਿਬ ਜੀ ਦਾ ਆ ਰਿਹਾ ਕਰਤਾਰਪੁਰ ਸਾਹਿਬ ਮੱਕੇ ਮਦੀਨੇ, ਕੋਸ਼ਿਸ਼ ਹੋਰ ਕਰਾਂਗੇ ਸੰਗਤ ਨੂੰ ਕਿ ਮੱਕੇ ਮਦੀਨੇ ਤੱਕ ਵੀ ਇਹ ਸੰਗਤ ਜਾ ਸਕੇ। ਸੋ ਬੇਨਤੀ ਆ ਸੰਗਤ ਨੂੰ, ਹੱਕ ਸੱਚ ਦੀ ਲੜਾਈ ਸਦਾ ਲੜਾਂਗੇ, ਸਦਾ ਲੜਾਂਗੇ। ਬਿਲਕੁਲ ਹੱਕ ਸੱਚ ਦੀ ਲੜਾਈ ਦੀ ਜਿਹੜੀ ਗੱਲ ਆ ਉਹ ਹੁੰਦੀ ਆਈ ਹੈ। ਤੇ ਇਹ ਮਾਰਚ ਜਿਹੜਾ ਆ ਇਸ ਵੇਲੇ ਹਾਲ ਬਾਜ਼ਾਰ ਦੇ ਵਿੱਚੋਂ ਦੀ ਜਿਹੜਾ ਆ ਉਹ ਲੰਘ ਰਿਹਾ ਆ। ਤੇ ਤੁਸੀਂ ਦੇਖ ਸਕਦੇ ਜੇ ਕਿ ਮਸ਼ਾਲਾਂ ਜਿਹੜੀਆਂ ਆ ਉਹ ਜਗਾਈਆਂ ਗਈਆਂ ਨੇ ਤੇ ਨਾਲ ਨਾਲ ਜਿਹੜਾ ਆ ਉਹ ਨਾਰੇ ਵੀ ਲਗਾਏ ਜਾ ਰਹੇ ਆ ਕਿ ਇਨਸਾਫ ਜਿਹੜਾ ਆ ਉਹ ਦਿੱਤਾ ਜਾਵੇ। ਸੋ ਇਹ ਸਮੁੱਚੇ ਅੱਜ ਦੇ ਮਾਰਚ ਦਾ ਜਿਹੜਾ ਮਕਸਦ ਹੀ ਆ ਉਹ ਇਹੀ ਆ ਕਿ 1984 34 ਵਰੇ ਬੀਤਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ, ਉਹ ਮਿਲਣਾ ਚਾਹੀਦਾ ਹੈ। ਸੋ ਅੱਜ ਦਾ ਸਮੁੱਚਾ ਮਾਰਚ ਜਿਹੜਾ ਆ ਉਹ ਤੁਸੀਂ ਦੇਖ ਰਹੇ ਜੇ ਹੱਥਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੋਰਡਿੰਗ ਆ ਉਹ ਫੜੇ ਹੋਏ ਆ ਕਿ ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਲਗਾਤਾਰ ਕਈ ਕਮਿਸ਼ਨ ਬੈਠੇ, ਗਵਾਹਾਂ ਨੇ ਗਵਾਹੀਆਂ ਦਿੱਤੀਆਂ, ਕਈ ਜੱਜ ਬਦਲੇ, ਬੜਾ ਕੁਝ ਹੋਇਆ।
ਪਰ ਇਨਸਾਫ ਜਿਹੜਾ ਆ ਉਹ ਨਹੀਂ ਮਿਲ ਸਕਿਆ। ਸੋ ਅਸੀਂ ਗੱਲਬਾਤ ਕਰਾਂਗੇ, ਇੱਥੇ ਜਿਹੜੇ ਦਲ ਖਾਲਸਾ ਦੇ ਹੋਰ ਨੁਮਾਇੰਦੇ ਆਏ ਆ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਸੋ ਸਾਡੇ ਨਾਲ ਨੇ ਇੱਥੇ ਸਰਦਾਰ ਬਲਦੇਵ ਸਿੰਘ ਜੀ ਸਿਰਸਾ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਿਰਸਾ ਸਾਹਿਬ, ਕੀ ਕਹਿਣਾ ਚਾਹੋਗੇ, ਕਿਵੇਂ ਸਾਰਾ ਕੁਝ ਵਾਪਰਿਆ? ਮੈਂ ਚਾਹੂੰਗਾ ਸੰਖੇਪ 'ਚ ਸੰਗਤਾਂ ਨੂੰ ਤੁਸੀਂ ਦੱਸੋ, ਤੇ ਫਿਰ ਇਹ ਮਾਰਚ ਅੱਜ ਕੱਢਣਾ ਪੈ ਰਿਹਾ 34 ਵਰ੍ਹੇ ਬੀਤਣ ਤੋਂ ਬਾਅਦ। ਦੇਖੋ ਜੀ, 34 ਸਾਲ ਹੋ ਗਏ ਨੇ। ਅੱਜ ਤੋਂ 34 ਸਾਲ ਪਹਿਲਾਂ ਨਵੰਬਰ 1984 ਦੇ ਵਿੱਚ ਦਿੱਲੀ ਅਤੇ ਪੂਰੇ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਸਿੱਖ ਕੌਮ ਦਾ ਇੱਕ ਗਿਣੀਮਤੀ ਸਾਜ਼ਿਸ਼ ਦੇ ਤਹਿਤ ਜਿਹੜਾ ਸੀ ਉਹ ਉਸ ਟਾਈਮ ਦੀ ਸਰਕਾਰ ਵੱਲੋਂ ਜਿਹੜਾ ਸੀ ਉਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਔਰ 34 ਸਾਲ ਬੀਤਣ ਤੇ ਅੱਜ ਤੱਕ ਕਿਸੇ ਵੀ ਕਾਤਲ ਨੂੰ ਕੋਈ ਜੇਲ੍ਹ ਨਹੀਂ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਤੇ ਉਹ 34 ਸਾਲ ਬੀਤਣ ਦੇ ਬਾਅਦ ਵੀ ਸਿੱਖ ਕੌਮ ਜਿਹੜੀ ਆ ਇਸੇ ਤਰ੍ਹਾਂ ਸੜਕਾਂ ਤੇ ਜਿਹੜੀ ਆ ਉਹ ਹਰ ਸਾਲ ਆਪਣਾ ਜਿਹੜਾ ਇਸ ਤਰ੍ਹਾਂ ਰੋਸ ਮਾਰਚ ਕਰਦੇ ਆ। ਅੱਜ ਵੀ ਅਸੀਂ ਇਹ ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੁਲ ਤੋਂ ਜਿਹੜਾ ਉਹ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੱਕ ਜਿਹੜਾ ਉੱਥੋਂ ਗਲਿਆਰੇ ਤੱਕ ਜਾ ਰਹੇ ਆ। ਤੇ ਉਹਨਾਂ ਜਿਹੜੇ ਸ਼ਹੀਦ ਉਸ ਟਾਈਮ ਤੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ ਜ਼ਾਲਮ ਸਰਕਾਰ ਵੱਲੋਂ, ਉਹਨਾਂ ਨੂੰ ਸਰਦਾ ਦੇ ਫੁੱਲ ਨੇ। ਅਤੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਹੈ ਕਿ ਕੌਮ ਦੇ ਨਾਲ ਜੋ ਇੰਨੇ ਅਤਿਆਚਾਰ ਤੇ ਜ਼ੁਲਮ ਇਸ ਭਾਰਤ ਦੇ ਵਿੱਚ ਹੋਏ, ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80 ਤੋਂ 95% ਕੁਰਬਾਨੀਆਂ ਕੇਵਲ ਸਿੱਖਾਂ ਨੇ ਦਿੱਤੀਆਂ ਸਨ, ਤੇ ਉਹ ਸਿੱਖ ਇਸ ਆਜ਼ਾਦ ਭਾਰਤ ਦੇ ਵਿੱਚ ਅੱਜ ਗੁਲਾਮਾਂ ਤੋਂ ਵੀ ਮਾੜੀ ਜ਼ਿੰਦਗੀ ਜਿਹੜੀ ਆ ਉਹ ਜੀਉ ਰਹੇ ਨੇ, ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਕਰਕੇ ਇਹ ਪੂਰੇ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ, ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਆ, ਉੱਥੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਹੈ ਕਿ ਸਾਡੇ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨਾਲ, ਖਾਸ ਕਰਕੇ ਸਿੱਖ ਕੌਮ ਦੇ ਨਾਲ ਜੋ ਅਤਿਆਚਾਰ ਤੇ ਜ਼ੁਲਮ ਹੁੰਦੇ ਨੇ, ਉਹਨਾਂ ਦੇ ਸੰਬੰਧ ਵਿੱਚ ਇਹ ਰੋਸ ਮਾਰਚ ਹੈ। ਸੋ ਇਹ ਸਨ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਦਲ ਖਾਲਸਾ ਤੋਂ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ। ਸੋ ਆਪ ਦੇਖ ਸਕਦੇ ਜੇ ਕਿ ਵੱਡੇ ਹੋਰਡਿੰਗ ਜਿਹੜੇ ਆ ਉਹ ਹੱਥਾਂ ਦੇ ਵਿੱਚ ਫੜੇ ਆ, ਮਸ਼ਾਲਾਂ ਜਿਹੜੀਆਂ ਆ ਉਹ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ, ਤੇ ਇਹ ਸਾਰਾ ਮਾਰਚ ਜਿਹੜਾ ਆ ਉਹ ਕੱਢਿਆ ਜਾ ਰਿਹਾ ਆ। ਨਾਲ ਦੀ ਨਾਲ ਨਾਅਰੇਬਾਜ਼ੀ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ। ਸੋ ਇਹ ਮਾਰਚ ਜਿਹੜਾ ਆ ਇਸ ਵੇਲੇ ਹਾਲ ਗੇਟ ਦੇ ਅੰਦਰੋਂ ਦੀ ਐਂਟਰ ਹੋ ਕੇ ਹਾਲ ਬਾਜ਼ਾਰ ਦੇ ਵਿੱਚੋਂ ਦੀ ਲੰਘ ਰਿਹਾ ਆ। ਸੋ ਇਹ ਦੇਖ ਸਕਦੇ ਜੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਸ਼ਾਮਲ ਹੋਈਆਂ ਨੇ। ਬਹੁਤ ਸਾਰੇ ਲੋਕ ਜਿਹੜੇ ਆ ਉਹ ਸ਼ਾਮਲ ਹੋਏ ਨੇ, ਜਿਨ੍ਹਾਂ ਨੇ ਮਸ਼ਾਲਾਂ ਫੜੀਆਂ ਹੱਥਾਂ ਦੇ ਵਿੱਚ, ਮੋਮਬੱਤੀਆਂ ਜਿਹੜੀਆਂ ਆ ਉਹ ਲੈ ਕੇ ਜਿਹੜਾ ਆ ਉਹ ਚੱਲ ਰਹੇ ਨੇ। ਤੇ ਭਾਰਤੀ ਹਕੂਮਤ ਨੇ ਇਨਸਾਫ ਨਹੀਂ ਦਿੱਤਾ 34 ਵਰ੍ਹੇ ਬੀਤਣ ਤੋਂ ਬਾਅਦ ਦੇ ਵਿੱਚ। ਇਸ ਕਰਕੇ UNO ਨੂੰ ਵੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਕਿ ਉਹ ਇਨਸਾਫ ਜਿਹੜਾ ਆ ਉਹ ਦਖਲ ਦੇਵੇ ਭਾਰਤ ਦੇ ਇਸ ਮਾਮਲੇ ਦੇ ਵਿੱਚ ਜਿਹੜਾ ਸਿੱਖਾਂ ਨਾਲ ਜੁੜਿਆ ਹੋਇਆ ਆ, ਤੇ ਇਸ ਦੇ ਵਿੱਚ ਦਖਲ ਦੇਣ ਤੋਂ ਬਾਅਦ ਦੇ ਵਿੱਚ ਇਨਸਾਫ ਦੀ ਗੱਲ ਜਿਹੜੀ ਆ ਉਹ ਕੀਤੀ ਜਾਵੇ, ਤੇ ਬਾਹਰਲੇ ਦੇਸ਼ਾਂ ਨੂੰ ਵੀ ਪਤਾ ਲੱਗੇ ਕਿ ਭਾਰਤੀ ਲੋਕਤੰਤਰ ਜਿਹੜਾ ਕਿ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਆ, ਉਸ ਦੇ ਵਿੱਚ ਕਿਵੇਂ ਮਨੁੱਖਤਾ ਦਾ ਘਾਣ ਕੀਤਾ ਗਿਆ, ਤੇ ਉਸ ਤੋਂ ਬਾਅਦ ਦੇ ਵਿੱਚ ਲੰਮਾ ਸਮਾਂ ਬੀਤਣ ਤੋਂ ਬਾਅਦ ਦੇ ਵਿੱਚ ਇਨਸਾਫ ਜਿਹੜਾ ਆ ਉਹ ਵੀ ਨਹੀਂ ਮਿਲਿਆ। ਸੋ ਇੱਕ ਬੜੀ ਹੀ ਦੁਖਦਾਈ ਗੱਲ ਆ ਜਿਹੜੀ ਕਿ 34 ਵਰ੍ਹੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਇਨਸਾਫ ਨਾ ਮਿਲਣਾ। ਸੋ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਜਿਹੜਾ ਆ ਅੱਜ ਦਾ ਇਹ ਮਾਰਚ ਕੱਢਿਆ ਜਾ ਰਿਹਾ ਆ। ਸੋ ਬੀਬੀ ਜਗਦੀਸ਼ ਕੌਰ, ਜਿਨ੍ਹਾਂ ਦੇ ਪਰਿਵਾਰ ਦੇ 5 ਮੈਂਬਰ ਜਿਹੜੇ ਆ ਉਹ ਉਸ ਸਮੇਂ ਜਿਹੜੇ ਆ ਉਹ ਘਰਾਂ ਚੋਂ ਕੱਢ ਕੇ ਮਾਰ ਦਿੱਤੇ ਗਏ, ਸੋ ਉਹ ਵੀ ਇੱਥੇ ਮਾਰਚ ਦੇ ਵਿੱਚ ਸ਼ਾਮਲ ਹੋਏ ਆ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ। ਤੁਸੀਂ ਉਹਨਾਂ ਦੀ ਕੱਲ ਇੰਟਰਵਿਊ ਵੀ ਦੇਖੀ ਆ ਸਿੱਖ ਚੈਨਲ ਦੇ ਉੱਤੇ, ਜਿਹੜੀ ਚੱਲੀ ਸੀਗੀ 2 ਤਰੀਕ ਨੂੰ। ਸੋ ਬੀਬੀ ਜੀ, ਕੀ ਕਹਿਣਾ ਚਾਹੋਗੇ? ਅੱਜ ਦਾ ਮਾਰਚ ਆ, ਤੁਸੀਂ ਵੀ ਸ਼ਾਮਲ ਹੋਏ, ਤੁਹਾਡੇ ਪਰਿਵਾਰ ਦੇ 5 ਜੀ ਜਿਹੜੇ ਆ ਉਹ ਦਿੱਲੀ ਦੇ ਵਿੱਚ ਉਦੋਂ ਖੋ ਕੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ। ਮੇਰੇ 5 ਜੀ ਨਾ ਕੌਰ, ਮੇਰਾ ਪੂਰਾ ਖਾਲਸਾ 3-4 ਹਜ਼ਾਰ ਆਦਮੀ ਉਹ ਮੇਰਾ ਮਾਰਿਆ ਗਿਆ ਸੀ। ਜੀ ਕਿਉਂਕਿ ਸਜ਼ਾਏ ਮੌਤ ਸਾਨੂੰ ਸਿੱਖ ਨਾਤੇ ਦਿੱਤੀ ਗਈ ਸੀ। ਵੱਡੇ ਵੱਡੇ ਆਰਮੀ ਦੇ ਅਫਸਰ ਮਾਰੇ ਸੀ। ਮੇਰਾ ਆਰਮੀ ਇਲਾਕਾ ਸੀ। ਕੈਂਟ ਦਾ ਕੇਸ ਅੱਜ ਵੀ ਚੱਲਦਾ ਹੈ। ਤੁਸੀਂ 5 ਆਦਮੀ ਨਾ ਕਹੋ, ਹਜ਼ਾਰਾਂ ਮਾਰੇ ਗਏ ਸੀ। ਬੀਬੀਆਂ ਦੇ ਪੇਟਾਂ ਬੱਚੇ ਕੱਢ ਕੇ ਕੋਈ ਮਾਰੇ ਗਏ ਸੀ। ਇੱਕ ਦਿਨ ਦਾ ਬੱਚਾ ਮਾਰਿਆ ਗਿਆ ਸੀ। ਅੱਜ ਦਾ ਉਹ ਖੂਨੀ ਕਾਂਡ ਆ, ਇਹਨੂੰ ਕਦੀ ਭੁੱਲਣਾ ਨਹੀਂ ਚਾਹੀਦਾ। 1 ਨਵੰਬਰ ਖੂਨੀ ਦਿਨ ਆ, ਤੇ ਆ ਸਾਰਾ ਹਫਤਾ ਜਿਹੜਾ ਨਸਲ ਕੁਛੀ ਹਫਤਾ ਹੈ, ਕਿਉਂਕਿ ਇੱਕ ਸਿੱਖ ਨੂੰ ਕੌਮ ਨੂੰ ਕੱਢ ਕੇ ਪਛਾਣ ਕੇ ਮਾਰਿਆ ਗਿਆ ਸੀ। ਇੱਕ ਨਸਲ ਨੂੰ ਖਤਮ ਕਰਨ ਦੀ ਇਹਨਾਂ ਦੀ ਕਹਾਣੀ ਜੋ ਨਹੀਂ, ਸਾਰਿਆਂ ਨੂੰ ਇਹਨਾਂ ਨੂੰ ਇਹ ਪਤਾ ਦੇਣਾ ਚਾਹੁੰਦੀ ਆ ਵੀ
ਮੈਂ ਕਦੀ ਹਿਟਲਰ ਦੀ ਕਹਾਣੀ ਸੁਣਦੀ ਵੀ ਬੜਾ ਜ਼ਾਲਮ ਸੀ, ਪਰ ਜਿੱਦਣ ਇਹ ਕਹਾਣੀ ਲਿਖੀ ਜਾਏਗੀ ਨਾ ਹਿਟਲਰ ਤੋਂ ਪਹਿਲੇ ਨੰਬਰ ਤੇ ਆਏਗੀ। ਇੰਨਾ ਜ਼ੁਲਮ ਹੋਇਆ, ਜਿੱਦਣ ਉਹ ਜ਼ੁਲਮ ਦੀ ਦਾਸਤਾਨ ਲਿਖੀ ਜਾਏਗੀ ਨਾ ਤੇ ਲੂਈ ਕੰਡੇ ਹੋਣਗੇ। ਇਹੋ ਜਿਹੀਆਂ ਇਹਨਾਂ ਨੇ ਦਾਸਤਾਨਾਂ ਉੱਥੇ ਕੀਤੀਆਂ, ਕਹਿਣ ਤੋਂ ਵੀ ਬਾਹਰ ਨੇ। ਜੀ ਜੀ ਬੀਬੀ ਜੀ, ਇਨਸਾਫ ਦੀ ਗੱਲ ਕਰੀਏ ਤਾਂ 34 ਸਾਲ ਜਿਹੜੇ ਉਹ ਬੀਤ ਚੁੱਕੇ ਆ, ਅਜੇ ਵੀ ਇਨਸਾਫ ਨਹੀਂ ਮਿਲਿਆ। ਅੱਗੇ ਕੀ ਤੁਸੀਂ ਇਹ ਆਸ ਰੱਖਦੇ ਜੇ ਕਿ ਇਨਸਾਫ ਮਿਲੂਗਾ, ਜਾਂ ਫਿਰ ਇਸੇ ਤਰ੍ਹਾਂ ਹੀ ਇਹ ਟਾਈਮ ਹੀ ਟਪਾ ਰਹੇ ਆ? ਨਹੀਂ ਦੇਖੋ, ਜੇ ਔਰੰਗਜ਼ੇਬ ਨੇ ਜ਼ੁਲਮ ਕੀਤਾ ਅਸੀਂ ਨਹੀਂ ਭੁੱਲੇ ਨਾ। ਜੀ ਜੀ ਅਖੀਰ ਫਿਰ ਆ ਕੇ ਉਹਦੇ ਬਦਲੇ ਲਏ ਗਏ। ਜੀ ਇਹ ਨਹੀਂ ਭੁੱਲਣਾ ਚਾਹੀਦਾ। ਅਸੀਂ ਇਹ ਨਹੀਂ ਸਾਨੂੰ ਕਰਨਾ ਚਾਹੀਦਾ ਵੀ ਸਾਨੂੰ ਇਨਸਾਫ ਨਹੀਂ ਮਿਲਿਆ, ਪਰ ਸਾਨੂੰ ਆਪਣੀ ਜੰਗ ਜਾਰੀ ਰੱਖਣੀ ਚਾਹੀਦੀ ਆ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ, ਆਪਣੇ ਕੀਤੇ ਹੋਏ ਜ਼ੁਲਮਾਂ ਨੂੰ ਭੁੱਲ ਜਾਂਦੀਆਂ, ਉਹ ਅੱਜ ਵੀ ਕੌਮਾਂ ਨਹੀਂ ਹੈਗੀਆਂ ਤੇ ਕੱਲ ਨੂੰ ਵੀ ਮਰੀਆਂ ਮੇਟ ਹੋ ਸਕਦੀਆਂ ਨੇ। ਜੀ ਜੀ ਕਦੀ ਨਹੀਂ ਭੁੱਲਣਾ ਚਾਹੀਦਾ ਬਿਲਕੁਲ। ਇਹਨੂੰ 1 ਨਵੰਬਰ ਖੂਨੀ ਦਿਹਾੜੇ ਸਾਰੇ ਵਰਲਡ ਨੂੰ ਸਿੱਖਾਂ ਨੂੰ ਬੇਨਤੀ ਕਰਨੀ ਵੀ 1 ਨਵੰਬਰ ਜਿਹੜਾ ਖੂਨੀ ਦਿਹਾੜੇ ਵਜੋਂ ਮਨਾਓ, ਤੇ ਆ ਜਿਹੜਾ ਹਫਤਾ ਹੈ ਨਸਲ ਕੁਸ਼ੀ ਹਫਤਾ ਮਨਾਓ, ਕਿਉਂਕਿ ਸਾਰਾ ਹਫਤੇ ਨਸਲ ਕੁਸ਼ੀ ਹੁੰਦੀ ਰਹੀ ਹੈ। ਸੋ ਬਿਲਕੁਲ ਇੱਕ ਹਫਤਾ ਜੋ ਸਿੱਖਾਂ ਦੇ ਨਾਲ ਦਰਦਨਾਕ ਕਹਾਣੀ ਵਾਪਰੀ ਦਿੱਲੀ ਦੇ ਵਿੱਚ, ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਾ ਮਾਰਚ ਜਿਹੜਾ ਆ ਉਹ ਕੱਢਿਆ ਜਾ ਰਿਹਾ ਆ, ਜਿਸ ਦੇ ਵਿੱਚ ਉਹ ਲੋਕ, ਉਹ ਸੁਹਿਰਦ ਲੋਕ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਆ, ਉਹ ਸ਼ਾਮਲ ਹੋਏ ਨੇ। ਸੋ ਅਸੀਂ ਬੀਬੀ ਜਗਦੀਸ਼ ਕੌਰ ਹੋਰਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਇਹ ਸਾਰਾ ਕੁਝ ਹੋਇਆ ਆ। ਖੂਨੀ ਦਿਨ ਦੇ ਰੂਪ ਦੇ ਵਿੱਚ 1 ਨਵੰਬਰ ਨੂੰ ਮਨਾਇਆ ਜਾਣਾ ਚਾਹੀਦਾ, ਤੇ ਇਸ ਪੂਰੇ ਹਫਤੇ ਨੂੰ, ਜਿਸ ਹਫਤੇ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ, ਉਸ ਨੂੰ ਨਸਲਕੁਸ਼ੀ ਹਫਤੇ ਦੇ ਰੂਪ ਦੇ ਵਿੱਚ ਮਨਾਇਆ ਜਾਵੇ। ਸੋ ਤੁਸੀਂ ਦੇਖ ਸਕਦੇ ਜੇ ਕਿ ਗਲਿਆਰੇ ਦੇ ਵਿੱਚ ਐਂਟਰ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ, ਜਿੱਥੇ ਬੁੱਤ ਲੱਗਾ ਹੋਇਆ ਹੈ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ, ਉੱਥੋਂ ਦੀ ਇਹ ਮਾਰਚ ਜਿਹੜਾ ਆ ਉਹ ਗੁਜ਼ਰ ਰਿਹਾ ਹੈ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆ ਉਹ ਸ਼ਾਮਲ ਹੋਈਆਂ ਨੇ ਅਤੇ ਮਸ਼ਾਲਾਂ ਹੱਥਾਂ ਦੇ ਵਿੱਚ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਆ। ਤੇ ਪਿੱਛੇ ਤੱਕ ਪਹਿਲਾਂ ਤੁਹਾਨੂੰ ਅਸੀਂ ਦਿਖਾਇਆ ਆ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਦਿੱਲੀ ਦੇ ਵਿੱਚ ਖੋਹ ਕੇ ਮਾਰਿਆ ਗਿਆ, ਉਹ ਪਰਿਵਾਰਕ ਮੈਂਬਰ ਜਿਹੜੇ ਆ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਏ। ਬਰਗਾੜੀ ਵਿਖੇ ਮੋਰਚਾ ਚੱਲ ਰਿਹਾ, ਜਿਸ ਚੀਜ਼ ਨੂੰ ਲੈ ਕੇ ਦੋ ਸਿੰਘ ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਦੇ ਵਿੱਚੋਂ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਸਪੁੱਤਰ ਮੇਰੇ ਨਾਲ ਨੇ, ਸੁਖਰਾਜ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਮਾਰਚ ਨਿਕਲਿਆ ਉਸ ਸੰਬੰਧ ਦੇ ਵਿੱਚ, ਤੇ ਇੱਕ ਚੀਜ਼ ਦਾ ਤੁਸੀਂ ਵੀ ਹਿੱਸਾ ਜੇ ਕਿ ਤੁਹਾਡੇ ਪਿਤਾ ਜੀ ਦੀ ਜਿਹੜੀ ਸ਼ਹਾਦਤ ਹੋਈ ਉਸ ਦਾ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ? ਮੈਂ ਇਸ ਗੱਲ ਤੇ ਇਹੀ ਕਹਿਣਾ ਚਾਹਾਂਗਾ, 1984 ਤੋਂ ਲੈ ਕੇ ਅੱਜ ਤੱਕ 2018 ਤੱਕ ਸਿੱਖਾਂ ਨੂੰ ਕਿਸੇ ਵੀ ਧਾਰਮਿਕ ਸਥਾਨਾਂ ਤੇ ਹੋਏ ਹਮਲੇ ਦਾ ਜਾਂ ਸ਼ਹੀਦੀਆਂ ਹੋਈਆਂ ਜੋ ਪਖੰਡੀ ਸਾਧੀਆਂ ਲਾ ਲਓ, ਕਿਸੇ ਲਾ ਲਓ, ਕੋਈ ਇਨਸਾਫ ਨਹੀਂ ਮਿਲਿਆ। ਇਹ ਅਖੌਤੀ ਪੰਥਕ ਸਰਕਾਰਾਂ ਨਾ ਸਾਨੂੰ ਇਨਸਾਫ ਦੇਣਾ ਚਾਹੁੰਦੀਆਂ, ਇਸ ਲਈ ਅਸੀਂ ਇਨਸਾਫ ਲੈਣ ਲਈ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਆ, ਇਹ ਅਸੀਂ ਭੰਡਾਰੀ ਪੁਲ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਾ ਰਹੇ ਹਾਂ। ਤਾਂ ਇਹਦੇ ਵਿੱਚ ਉਹ ਬੋਲੀਆਂ ਸਰਕਾਰਾਂ ਦੇ ਅਸੀਂ ਕੰਨੀ ਗੱਲ ਪਾਉਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਵੀ ਲੈਣਾ ਆਉਂਦਾ ਹੈ। ਜੇ ਤੁਸੀਂ ਇਨਸਾਫ ਦੇ ਸਕਦੇ ਹੋ ਤਾਂ ਸਿੱਖ ਕੌਮ ਤੁਹਾਡੇ ਅੱਗੇ ਸਿਰ ਝੁਕਾਏਗੀ, ਨਹੀਂ ਸਿੱਖ ਕੌਮ ਇੱਦਾਂ ਦੀ ਮਾਰਸ਼ਲ ਕੌਮ ਹੈ ਜਿਹੜੀ ਆਪਣਾ ਇਨਸਾਫ ਲੈਣ ਜਾਣਦੀ ਆ। ਜਿੱਦਾਂ ਕਿ 84 ਦਾ ਸੀ, ਥੋੜ੍ਹਾ ਜਿਹਾ ਉਹਨਾਂ ਨੇ ਸਿੰਘਾਂ ਨੇ ਆਪਣਾ ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹ ਕੇ ਜਿਹੜਾ ਬਦਲਾ ਲੈ ਲਿਆ। ਰਹੀ ਗੱਲ 2015 ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ, ਅਖੌਤੀ ਪੰਥ ਦੇ ਪਹਿਰੇਦਾਰ ਬਾਦਲ ਪਰਿਵਾਰ ਅੱਜ 84 ਦਾ ਮੁੱਦਾ ਚੱਕ ਰਹੇ ਆ। 25 ਸਾਲ ਦੇ ਵਿੱਚ ਉਹਨਾਂ ਨੇ ਖੁਦ ਰਾਜ ਕੀਤਾ, 25 ਸਾਲ ਉਹਨਾਂ ਦਾ ਰਾਜ ਸੀਗਾ, ਉਹਦੇ ਵਿੱਚ ਉਹਨਾਂ ਨੇ ਇੱਕ ਦਿਨ 84 ਦਾ ਮੁੱਦਾ ਨਹੀਂ ਚੱਕਿਆ। ਜੋ ਅੱਜ ਉਹ 84 ਦਾ ਮੁੱਦਾ ਚੱਕਣ ਜਾ ਰਹੇ, ਇੱਕ ਸਰਕਾਰਾਂ ਦੀ, ਕੈਪਟਨ ਸਰਕਾਰ ਦੀ ਤੇ ਬਾਦਲ ਸਰਕਾਰ ਦੀ ਰਲੀ ਮਿਲੀ ਸਾਜ਼ਿਸ਼ ਹੈ ਲੋਕਾਂ ਨੂੰ ਭੜਕਾਉਣ ਦੀ, ਬਗਰਾੜੀ ਮੋਰਚੇ ਨੂੰ ਤਾਰ ਪੀਟੋ ਕਰਨ ਦੀ। ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਸਿੱਖ ਕੌਮ ਨੂੰ ਥੱਲੇ ਲਾਉਣ ਲਈ ਅਖੌਤੀ ਪੰਥਕ ਸਰਕਾਰਾਂ ਜਿਹੜੀਆਂ ਕਰ ਰਹੀਆਂ। ਇਸ ਲਈ ਸਿੱਖ ਕੌਮ ਨੂੰ ਸੰਘਰਸ਼ ਜਾਰੀ ਰੱਖਣਾ ਪਊਗਾ, ਲੰਮੇ ਸਮੇਂ ਤੱਕ ਵੀ ਰੱਖਣਾ ਪੈ ਸਕਦਾ, ਤੇ ਜਿਹੜੀ ਸਾਨੂੰ ਇਨਸਾਫ ਲੈਣਾ ਪਊਗਾ, ਇਹਨਾਂ ਨੇ ਦੇਣਾ ਨਹੀਂ ਹੈ। ਸੋ ਇਹ ਸਨ ਭਾਈ ਸੁਖਰਾਜ ਸਿੰਘ ਜੀ, ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਸਪੁੱਤਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਇਨਸਾਫ ਜਿਹੜਾ ਆ ਉਹ ਨਹੀਂ ਮਿਲ ਰਿਹਾ। ਬਰਗਾੜੀ ਵਿਖੇ ਵੀ ਮੋਰਚਾ ਚੱਲਿਆ ਵਾ ਤੇ ਚੱਲ ਰਿਹਾ ਵਾ ਅਜੇ ਵੀ। ਸੋ ਤੁਸੀਂ ਦੇਖ ਸਕਦੇ ਜੇ ਕਿ ਕਿਵੇਂ ਜਿਹੜੀ ਆ ਨਾਅਰੇਬਾਜ਼ੀ ਕੀਤੀ ਜਾ ਰਹੀ ਆ, ਪਰ ਇਨਸਾਫ ਜਿਹੜਾ ਆ ਉਹ ਨਹੀਂ ਦਿੱਤਾ ਜਾ ਰਿਹਾ। ਸੋ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਹ ਸਮੁੱਚਾ ਜਿਹੜਾ ਅੱਜ ਦਾ ਮਾਰਚ ਆ ਉਹ ਨਿਕਲਿਆ ਆ, ਜਿਸ ਦੇ ਵਿੱਚ ਅਸੀਂ ਵੱਖ-ਵੱਖ ਆਗੂਆਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕੀਤੀ ਆ।
ਸੋ ਇਸ ਵੇਲੇ ਅਸੀਂ ਬਿਲਕੁਲ ਪਹੁੰਚ ਚੁੱਕੇ ਹਾਂ ਜਲਿਆਂਵਾਲਾ ਬਾਗ ਦੇ ਬਾਰ-ਬਾਰ ਖੜੇ ਹਾਂ ਉਸ ਦੇ ਦਰਵਾਜ਼ੇ ਦੇ ਉੱਤੇ, ਤੇ ਇਹ ਵੀ ਇੱਕ ਮਸ਼ਾਲ ਹੀ ਜਗ ਰਹੀ ਆ ਜਿਹੜੀ ਕਿ ਜਿਹੜੇ ਸ਼ਹੀਦ ਹੋਏ ਸੀ ਆਜ਼ਾਦੀ ਦੀ ਜੰਗ ਦੇ ਵਿੱਚ ਉਹਨਾਂ ਦੇ ਵਾਸਤੇ। ਤੇ ਇੱਧਰ ਵੀ ਇਨਸਾਫ ਦੀ ਮੰਗ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ, ਜਿਹੜੇ 34 ਵਰੇ ਬੀਤਣ ਤੋਂ ਬਾਅਦ ਦੇ ਵਿੱਚ ਵੀ ਨਹੀਂ ਮਿਲਿਆ। ਫਰਕ ਇੰਨਾ ਆ ਕਿ ਇੱਥੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਆ, ਸਿੱਖਾਂ ਦੇ ਇਨਸਾਫ ਦੀ ਗੱਲ ਕੀਤੀ ਜਾ ਰਹੀ ਆ, ਤੇ ਇੱਧਰ ਜਲਿਆਂਵਾਲੇ ਬਾਗ ਦੇ ਵਿੱਚ ਉਹ ਲੋਕ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਾਸਤੇ, ਜਿਹਦੇ ਵਿੱਚ 93% ਹਿੱਸਾ ਜਿਹੜਾ ਆ ਉਹ ਸਿੱਖਾਂ ਦਾ ਸੀਗਾ, ਉਹਨਾਂ ਨੇ ਆਜ਼ਾਦੀ ਭਾਰਤ ਨੂੰ ਦਵਾਈ। ਤੇ ਬਾਅਦ ਦੇ ਵਿੱਚ ਸਿੱਖਾਂ ਦੇ ਨਾਲ ਹੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਹੋਰ ਹੋ ਗਈਆਂ, ਤੇ ਅੱਜ ਸਿੱਖ ਸੜਕਾਂ ਦੇ ਉੱਤੇ ਇਨਸਾਫ ਦੀ ਮੰਗ ਜਿਹੜੀ ਆ ਉਹ ਲੈ ਕੇ ਫਿਰ ਰਹੇ ਨੇ। ਤੇ ਭਾਰਤੀ ਹੁਕਮਰਾਨ ਜਿਹੜੇ ਆ ਉਹ ਆਪਣੇ ਉਹਨਾਂ ਕਮਰਿਆਂ ਦੇ ਵਿੱਚ ਸੁੱਤੇ ਪਏ ਨੇ ਜਿੱਥੋਂ ਉਹ ਭਾਰਤ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਨੇ, ਤੇ ਕਈ ਤਰ੍ਹਾਂ ਦੀਆਂ ਚੋਪੜੀਆਂ ਗੱਲਾਂ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ ਨੇ। ਸੋ ਇਹ 1984 ਨਵੰਬਰ ਦੇ ਵਿੱਚ ਜਿਹੜਾ ਇੱਕ ਹਫ਼ਤਾ ਸਿੱਖਾਂ ਦੀ ਨਸਲਕੁਸ਼ੀ ਹੋਈ ਉਸ ਨੂੰ ਮੁੱਖ ਰੱਖਦਿਆਂ ਨੁਮਾਇੰਦਾ ਜਥੇਬੰਦੀ ਦਲ ਖਾਲਸਾ ਦੇ ਵੱਲੋਂ ਇਹ ਮਾਰਚ ਜੋ ਕੱਢਿਆ ਗਿਆ ਸੀ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜਾ ਆ ਉਹ ਹਾਜ਼ਰੀਆਂ ਭਰੀਆਂ ਨੇ। ਸੋ ਇਹ ਮਾਰਚ ਇਸ ਵੇਲੇ ਜਿਹੜਾ ਆ ਉਹ ਸਨਮੁਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹੁੰਚ ਚੁੱਕਾ ਆ, ਜਿੱਥੇ ਕਿ ਲਾਈਟਾਂ ਦੇ ਨਾਲ ਜਿਹੜਾ ਆ ਉਹ 1984 ਜਿਹੜਾ ਆ ਉਹ ਲਿਖਿਆ ਜਾਵੇਗਾ। ਸੋ ਇਹਨਾਂ ਮੋਮਬੱਤੀਆਂ ਦੇ ਨਾਲ ਜਿਹੜਾ ਆ ਉਹ 1984 ਜਿਹੜਾ ਉਹ ਲਿਖਿਆ ਜਾਵੇਗਾ। ਸੋ ਤੁਸੀਂ ਦੇਖ ਸਕਦੇ ਜੇ ਕਿ ਇਹ ਜਿਹੜੇ ਮਸ਼ਾਲਾਂ ਨੇ ਇਹ ਜਗਦੀਆਂ ਹੋਈਆਂ ਸਾਰੇ ਰਸਤੇ ਇੱਥੇ ਤੱਕ ਜਿਹੜੀਆਂ ਆ ਉਹ ਆਈਆਂ ਨੇ, ਤੇ ਇਹ ਮਸ਼ਾਲਾਂ ਜਿਹੜੀਆਂ ਆ ਉਹ ਇੱਥੇ ਲਿਆ ਕੇ ਹੁਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਮਾਰਚ ਜਿਹੜਾ ਆ ਉਹ ਇੱਥੇ ਪਹੁੰਚਿਆ ਆ। ਸੋ ਇੱਥੇ ਵੱਖ-ਵੱਖ ਦਲ ਖਾਲਸਾ ਦੇ ਲੀਡਰ ਜਿਹੜੇ ਆ ਉਹ ਵੀ ਮੌਜੂਦ ਨੇ, ਤੇ ਤੁਸੀਂ ਦੇਖ ਸਕਦੇ ਜੇ ਕਿ ਜਿਹੜੇ ਨੌਜਵਾਨ ਨੇ ਉਹ ਕਿਵੇਂ ਜੋਸ਼ ਦੇ ਵਿੱਚ ਜਿਹੜਾ ਨਾਅਰੇਬਾਜ਼ੀ ਆ ਉਹ ਕਰ ਰਹੇ ਆ। ਬਾਹ ਥੱਕ ਗਈ ਯਾਰ ਕੁੜੀਏ, ਉਹਨੂੰ ਫੜਾ परमजीत को ले परमजीत ਇਹ ਅਪੀਲ ਆ, ਚੇਤਾਵਨੀ ਵੀ ਆ ਕਿ ਜਿਹੜਾ ਨਵੰਬਰ 1984 ਦਾ ਕਤਲੇਆਮ ਹੋਇਆ ਵਾ, ਜਿਹੜੇ ਸਾਬਤ ਹੋ ਚੁੱਕੇ ਆ ਵੀ ਇਹਦੇ ਕਾਤਲ ਆ, ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰੇ, ਉਹਨਾਂ ਨੂੰ ਫਾਂਸੀ ਲਾਈ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇ। ਕਿਉਂਕਿ ਬੜੀ ਵੱਡੀ ਇਹ ਸਰਕਾਰ ਦੀ ਕਮਜ਼ੋਰੀ ਆ ਕਿ ਜਿਹੜਾ ਇਹ ਸਿੱਖਾਂ ਦੇ ਨਾਲ ਜਿਹੜਾ ਵਾ ਬੇਇਨਸਾਫੀ ਕਰ ਰਹੀ ਆ। ਜਿਹੜਾ ਇਹਦਾ ਫਰਜ਼ ਬਣਦਾ ਸੀ ਕਿ ਜਿਸ ਸੂਬੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਸੂਬਾ ਵਾ, ਪੰਜਾਬ ਦੇ ਸਿੱਖਾਂ ਨਾਲ ਬਾਹਰਲੇ ਸਿੱਖਾਂ ਨਾਲ ਬੜੀ ਵੱਡੀ ਜਿਹੜੀ ਯਾਤੀ ਹੋਈ ਆ, ਉਹਦਾ ਇਨਸਾਫ ਦੇਣ ਵਿੱਚ ਨਾਕਾਮਯਾਬ ਆ ਸਰਕਾਰ ਦੇ ਵਾਸਤੇ ਇਹ ਜਥੇਬੰਦੀਆਂ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਨਿਰੰਤਰ ਇਹ ਜਿਹੜਾ ਵਾ ਮਸਲੇ ਦੇ ਉੱਤੇ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਵਾ, ਹੋਰ ਜਥੇਬੰਦੀਆਂ ਦੀਆਂ ਵੀ ਕਾਰਵਾਈਆਂ ਇਸ ਨਿਰੰਤਰ ਮੰਗ ਲਈ ਇਨਸਾਫ ਦੀ ਮੰਗ ਵਾਸਤੇ ਚੱਲ ਰਹੀਆਂ ਵਾ। ਇਸ ਕਰਕੇ ਸਰਕਾਰ ਨੂੰ ਇਹ ਮਾਰਚ ਤੋਂ ਦੇਖਣਾ ਚਾਹੀਦਾ ਵਾ
ਕਿ ਸਿੱਖ ਕੁਝ ਵੀ ਕਰ ਸਕਦਾ ਵਾ। ਸਿੱਖ ਦੀ ਹੱਦ ਕਰਨ ਦੀ ਜਿਹੜੀ ਜ਼ੁਲਮ ਸਹਿਣ ਦੀ ਹੱਦ ਵੀ ਬਹੁਤ ਵੱਡੀ ਆ, ਤੇ ਜ਼ੁਲਮ ਜੇ ਕਰਨ ਤੇ ਆ ਜਾਵੇ ਤਾਂ ਫਿਰ ਇਹਦੀ ਫਤਿਹ ਜਿਹੜੀ ਆ ਉਹਦੀ ਜਿਹੜੀ ਮਹਿਕਾਮ ਕਿਸੇ ਹੱਦ ਤੱਕ ਨਹੀਂ ਸਿਰੇ ਤੱਕ ਲੈ ਜਾਂਦਾ। ਆ ਜਿੱਥੇ ਬੰਦੇ ਬੈਕ ਸਾਈਡ ਆ ਬੈਨਰ ਦੇ ਬੈਕ ਸਾਈਡ ਰਹਿਣੇ ਚਾਹੀਦੇ ਜੋ ਨਵੰਬਰ 1 ਨਵੰਬਰ 1984 ਨੂੰ ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ ਉਸ ਚੀਜ਼ ਨੂੰ ਲੈ ਕੇ ਅੱਜ ਦਾ ਦਲ ਖਾਲਸਾ ਦਾ ਮਾਰਚ। ਤੇ ਇਹ ਤੁਸੀਂ ਦੇਖ ਸਕਦੇ ਜੇ ਕਿ 1984 ਜਿਹੜਾ ਆ ਉਹ ਮੋਮਬੱਤੀਆਂ ਦੇ ਨਾਲ ਜਿਹੜਾ ਆ ਉਹ ਲਿਖਿਆ ਗਿਆ ਆ, ਤੇ ਉਸ ਦੇ ਆਸੇ ਪਾਸੇ ਉਹ ਸਾਰੀ ਸੰਗਤ ਜਿਹੜੀ ਮੌਜੂਦ ਹੈ, ਜਿਹੜੀ ਇੱਕ ਮਾਰਚ ਦੇ ਰੂਪ ਦੇ ਵਿੱਚ ਭੰਡਾਰੀ ਪੁਲ ਅੰਮ੍ਰਿਤਸਰ ਤੋਂ ਜਿਹੜੀ ਆ ਉਹ ਚੱਲ ਕੇ ਤੇ ਇੱਥੋਂ ਤੱਕ ਪਹੁੰਚੀ ਸੀਗੀ। सौ 1984 ਤੁਸੀਂ ਲਿਖਿਆ ਜਿਹੜਾ ਆ ਉਹ ਦੇਖ ਸਕਦੇ ਜੇ, ਤੇ ਬੋਰਡ ਪਿੱਛੇ ਵੱਖ-ਵੱਖ ਤਰ੍ਹਾਂ ਦੇ ਜੋ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜੇ ਆ ਉਹ ਲਗਾਏ ਗਏ ਆ, ਤੇ ਦੇਖ ਸਕਦੇ ਜੇ ਕਿ 1984 ਜਿਹੜਾ ਆ ਉਹ ਨਜ਼ਰ ਆ ਰਿਹਾ ਆ। ਪਿੱਛੇ ਸੰਗਤ ਜਿਹੜੀ ਆ ਉਹ ਬੈਠੀ ਹੋਈ ਆ। ਬੀਬੀ ਸੰਦੀਪ ਕੌਰ ਸਾਰੇ ਜਣੇ ਜਿਹੜੇ ਆ ਉਹ ਸਾਹਮਣੇ ਖੜੇ ਆ। ਸੋ ਅੱਜ ਦਾ ਇਹ ਨਵੰਬਰ 1984 ਨੂੰ ਲੈ ਕੇ ਮਾਲ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਆ ਕੇ ਸੰਪੰਨ ਹੋਇਆ ਆ। ਸੋ ਨਵੰਬਰ 1984 ਦੇ ਵਿੱਚ ਜੋ ਕੁਝ ਵਾਪਰਿਆ ਦਿੱਲੀ ਦੇ ਵਿੱਚ ਅੱਜ ਤੋਂ 34 ਵਰ੍ਹੇ ਪਹਿਲਾਂ, ਉਸ ਦੇ ਵਿੱਚ ਜਿੰਨੇ ਵੀ ਸਿੰਘ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਖੋ ਕੇ ਉਹਨਾਂ ਨੂੰ ਇੱਕ ਟ੍ਰਿਬਿਊਟ ਜਿਹੜਾ ਆ ਉਹ ਦਿੱਤਾ ਜਾ ਰਿਹਾ, ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਬੀਬੀ ਜਗਦੀਸ਼ ਕੌਰ ਜਿਨ੍ਹਾਂ ਦੇ ਪਰਿਵਾਰ ਦੇ 5 ਮੈਂਬਰ ਜਿਹੜੇ ਆ ਉਹ ਉਦੋਂ ਦਿੱਲੀ ਦੇ ਵਿੱਚ 1 ਨਵੰਬਰ ਨੂੰ ਸ਼ਹੀਦ ਕੀਤੇ ਗਏ, ਤੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਇਹ ਵਰਤਾਰਾ ਦਿੱਲੀ ਦੇ ਵਿੱਚ ਵਾਪਰਿਆ, ਤੇ ਅੱਜ ਤੱਕ ਇਨਸਾਫ ਨਾ ਮਿਲਣਾ ਜਿਹੜਾ ਆ ਉਹ ਭਾਰਤੀ ਹਕੂਮਤ ਦੀ ਨਲਾਇਕੀ ਕਿਹਾ ਜਾ ਸਕਦਾ ਆ। ਸਿੰਘਾਂ ਨੂੰ ਜੇਲ੍ਹਾਂ ਚੋਂ ਰਿਹਾ ਕਰੋ, ਰਿਹਾ ਕਰੋ। ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਏ। ਸਭ ਥਾਈ ਹੋਏ ਸਹਾਏ।
10वें पातशाह साहब श्री गुरु गोबिंद सिंह जी महाराज अमृत के दाते लो परो के राखे सरबंस दानी सब साई हुए सहाय। 10वां पातशाह के आत्म स्वरूप हाजरा हजूर जारा जहूर सर्व कला भरपूर चावर तखत छत्र दे मालक गुरु ग्रंथ साहिब दे पाठ दर्शनदार का ध्यान धर खालसा जी साहब बोलना जी। गुरु साहिब दे 5 प्यारे 4 साहबजादे 40 मुक्ते जिन्हां सिंह सिंगनियां धर्म हेत सीस दिते बंद बंद कटाए खोपरियां लहाइयां आरे ना चीरे गए देगां चो बाले गए माइयां बीबियां ने सौसा मन दे पीसने पीसे बच्चों नूं टोटे टोटे करवा के झूलियां पाया गलां च हार पाए सिੱਖੀ सिदक नहीं हारिया गुरद्वारियां दी सेवा लई कुर्बानियां कीतियां धर्म तो मुख नहीं मोड़िया तिन्हां नवीन ते प्राचीन समूह सिंह सिंगणियां भचंगियां महापुरखों की पवित्र कमाई का ध्यान धर खालसा जी साहब बोलना जी। गुरु साहब दे 5 तख्त साहिबान सरबत गुरुद्वारों के दर्शनदार का ध्यान धर खालसा जी साहब बोलना जी। प्रथम है सरबत खालसा जी की अरदास है। सरबत खालसा जी को वाहिगुरु 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 नाम चेतावे चेतावन का सदका सर्ब सुख होवे। जहाँ जहाँ खालसा जी साहब तहाँ तहाँ रछिया रहा देख ते फतेह बिरद की पैज पंथ की जीत श्री साहब जी सहाय खालसा जी के बोल बाले खालसा जी साहब बोलना जी। सिखां दा मन नीवा मत उच्ची मत पत का राखा पकाल पुरख वाहिगुरु गरीब नवाज सिखां नूं सिੱਖੀ दान केस दान रहत दान उसाहो दान विवेक दान विद्या दान भरोसा दान दाना सिरदान नामदान श्री अमृतसर साहब जी के दर्शन स्नान चौकियाँ झंडे बुंगे जुगो जुग अटाल धर्म का जयकार खालसा जी साहब बोलना जी। हे नमाणियां दे मान निताणियां दे तार न्योटियां दे ऊट न्यासरियां दे आसरे सच्चे पिता हे अकाल पुरख अंतरजामी वाहिगुरु जीओ श्री ननकाणा साहब ते होर गुरुद्वारे जिन्हां तो पंथ नूं विछोड़िया गया तिन्हां दे खुले दर्शनदार ते सेवा संभाल दा दान अपने प्यारे खालसा जी नूं बख्शिश करो। निमाणियां दे मान नताणे दे तान न्योटियां दी ऊट न्यासरियां दे आसरे सच्चे पिता धन धन सतगुरु गुरु रामदास महाराज जीओ धन धन सतगुरु साहब श्री गुरु अर्जन देव महाराज जीओ धन धन साहब श्री गुरु हरगोबिंद साहब महाराज जीओ आप जी दे चरण कालां च अरदास बेनती है सतगुरु जीओ। महाराज सच्चे पातशाह जीओ अज तो 34 साल पहला हिंदुस्तान की जालम सरकार वालों सतगुरु सच्चे पातशाह दिल्ली कानपुर बेकारो अते देश के होर बहुत सारे शहरों हिस्सों में सतगुरु जीओ सतगुरु सच्चे पातशाह जीओ सिखां नूं चुन चुन के मारिया गया शहीद किया गया। तिन्हां समूह सिंह सिंघां सिंघणियां दी 34वीं बरसी मनाउण वास्ते सतगुरु सच्चे पातशाह जीओ दल खालसा जथेबंदी अते होर पंथ दियां गुरु कीआं संगतां ने मिल के सतगुरु जीओ आप जी की पावन पवित्र हाजूरी भी सतगुरु जी उन्हां दी याद विच अरदास बेनती कर रहे हैं। मेहर करनी बख्शिश करनी सतगुरु सच्चे पातशाह जीओ उन्हां आत्मा नूं अपने चरनां च निवास बख्शिश करना परिवारां ते रिश्तेदारां दे सिर ते मेहर भरिया हथ रखना। सतगुरु जी अज खालसा पंथ ने मसाला बाल के मार्च किया है। सतगुरु जी मेहर करनी इंसाफ की मार्च संसार च सदा वास्ते अमर रखनी। खालसे पंथ नूं सतगुरु जीओ इंसाफ वास्ते जूझदन दा बल बख्शिश करना अंग संग वरत के निहाल करना। सतगुरु जीओ सतगुरु सच्चे पातशाह जीओ अपने खालसे दे सहायक हो के सतगुरु सच्चे पातशाह जीओ खालसे पंथ की जय जयकार करनी। जून 84 नवंबर 84 ਅਤੇ ਉਸ ਤੋਂ ਬਾਅਦ ਅਨੇਕਾਂ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜੋ ਸ਼ਹਾਦਤਾਂ ਦੇ ਜਾਮ ਪੀ ਗਏ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕਾਰਜਾਂ ਨੂੰ ਸਤਿਗੁਰੂ ਜੀ ਸੰਪੂਰਨ ਕਰਨਾ ਉਹਨਾਂ ਦੇ ਵਿੱਢੇ ਹੋਏ ਕਾਰਜਾਂ ਨੂੰ ਸਤਿਗੁਰੂ ਜੀ ਆਪ ਜੀ ਨੇ ਰਾਸ ਕਰਨਾ ਚੜ੍ਹਦੀ ਕਲਾ ਵਿੱਚ ਰੱਖਣਾ। ਸਤਿਗੁਰੂ ਜੀਓ ਹਿੰਦੁਸਤਾਨ ਦੀ ਮਰੀ ਹੋਈ ਹਕੂਮਤ ਦੇ ਮਰੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਾ। ਸਤਿਗੁਰੂ ਜੀਓ सतगुरु जी इंसाफ जिंदा रहे इंसाफ लिए गुरु का खालसा जूझदा रहे गुरु तेग बहादुर साहब महाराज के मार्ग ते चलता रहे अपने खालसे के सदा लिए सहायक रहना चढ़दी कला रखनी। अड़े सो झड़े सरन परे सो तरे गुरु नानक नाम चढ़दी कला तेरे भाने सरबत दा। वाहिगुरु जी का खालसा वाहिगुरु जी की दोहरा गया भई अकाल की
सब सिखन का हुक्म है गुरु मान, गुरु ग्रंथ जी मान्यो। जो प्रभ को मिल बो चाहे खोज शब्द में, राज करेगा खालसा। खुआर होए सा मिलेंगे बचे सरन जो, वाहिगुरु नाम जहाज है चढ़े सोतरे पा। जो सरदा कर सेवंदे गुर पारियो तारन, बोले सो निहाल। ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੰਬਰ 1984 ਕਤਲੇਆਮ ਨੂੰ 34 ਵਰੇ ਪੂਰੇ ਹੋ ਗਏ ਨੇ। ਜਿਹੜੇ ਇਸ ਕਤਲੇਆਮ ਦੇ ਵਿੱਚ ਨਰਸਿੰਘਾਰ ਜਿਹੜਾ ਹਿੰਦੁਸਤਾਨੀਆਂ ਨੇ ਕੀਤਾ, ਉਸ ਵੇਲੇ ਦੀ ਹਕੂਮਤ ਨੇ ਕੀਤਾ, ਉਸ ਵੇਲੇ ਦੀ ਪ੍ਰਧਾਨ ਮੰਤਰੀ ਜਿਹੜਾ ਰਾਜੀਵ ਗਾਂਧੀ ਸੀ ਉਹਦੀ ਪੁਸ਼ਤਪਨਾਹੀ ਹੇਠ ਹੋਇਆ, ਉਹਦੀ ਕੈਬਨਿਟ ਉਹਦਾ ਪ੍ਰਸ਼ਾਸਨ ਇਨਵੋਲਵ ਸੀਗਾ, ਉਸਨੇ ਕੀਤਾ। ਉਸ ਨੂੰ 34 ਵਰਿਆਂ ਨੂੰ ਪੂਰੇ ਹੋ ਗਏ ਨੇ। ਅਸੀਂ ਅੱਜ 34 ਵਰਿਆਂ 'ਤੇ ਉਹਨਾਂ ਜਿਹੜੇ ਮ੍ਰਿਤਕ ਸੀਗੇ, ਜਿਹੜਿਆਂ ਵਿਛੜੀਆਂ ਰੂਹਾਂ ਸੀ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹਾਂ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਮੋਮਬੱਤੀਆਂ ਜਗਾਈਆਂ ਨੇ। ਇਸ ਤੋਂ ਪਹਿਲਾਂ ਅਸੀਂ ਮਸ਼ਾਲਾਂ ਦੇ ਨਾਲ ਇੱਕ ਮਾਰਚ ਕੀਤਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਅਸੀਂ UNO ਨੂੰ, ਅੰਤਰਰਾਸ਼ਟਰੀ ਭਾਈਚਾਰੇ ਨੂੰ ਹਲੂਣਾ ਦੇਣ ਲਈ ਇਹ ਮਸ਼ਾਲਾਂ ਦੇ ਨਾਲ ਮਾਰਚ ਕੀਤਾ ਅਤੇ ਹਿੰਦੁਸਤਾਨ ਨੂੰ ਸ਼ਰਮਸਾਰ ਕਰਨ ਲਈ ਮਾਰਚ ਕੀਤਾ। ਹਿੰਦੁਸਤਾਨ ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਜਿਹੜੇ ਸਿੱਖ ਭਰਾ ਅੱਜ ਵੀ ਇਹ ਵਹਿਮ ਪਾਲ ਕੇ ਬੈਠੇ ਨੇ ਕਿ ਹਿੰਦੁਸਤਾਨ ਉਹਨਾਂ ਨੂੰ ਇਨਸਾਫ ਦੇਗਾ, ਉਸ ਵਹਿਮ ਤੋਂ ਬਾਹਰ ਆ ਜਾਣ, ਕਿਉਂਕਿ ਹਿੰਦੁਸਤਾਨ ਦੀ ਸਟੇਟ, ਪ੍ਰਸ਼ਾਸਨ, ਨਿਜ਼ਾਮ ਇਸ ਨਸਲਕੁਸ਼ੀ ਦੇ ਵਿੱਚ ਖੁਦ ਜ਼ਿੰਮੇਵਾਰ ਸੀ, ਰਿਸਪੌਂਸਿਬਲ ਹੈ ਇੰਡੀਅਨ ਸਟੇਟ। ਜਿਸ ਸਟੇਟ ਨੇ ਖੁਦ ਇਹ ਨਰਸਿੰਘਾਰ ਕਰਵਾਇਆ ਹੋਵੇ, ਕਤਲੇਆਮ ਕਰਵਾਇਆ ਹੋਵੇ, ਉਹ ਕਦੇ ਵੀ ਇਨਸਾਫ ਨਹੀਂ ਦੇ ਸਕਦਾ। ਇਨਸਾਫ ਦੀ ਉਮੀਦ ਕੇਵਲ ਤੇ ਕੇਵਲ UNO ਕੋਲ ਹੈ। UNO ਵੀ 34 ਵਰਿਆਂ ਤੋਂ ਚੁੱਪ ਹੈ। ਇਹ ਗੱਲ ਵੀ ਸਾਨੂੰ ਚੁੱਭ ਰਹੀ ਹੈ ਕਿ ਜੇਕਰ UNO ਬਰਮਾ ਦੇ ਸ਼ਾਸਕਾਂ ਨੂੰ ਅੰਤਰਰਾਸ਼ਟਰੀ ਕਟਹਿਰੇ ਵਿੱਚ ਖੜਾ ਕਰ ਸਕਦਾ ਹੈ, ਜੇਕਰ UNO ਸ਼੍ਰੀਲੰਕਾ ਦੇ ਸ਼ਾਸਕਾਂ ਨੂੰ ਨਰਸਿੰਘਾਰ ਤਾਮਲਾਂ ਦਾ ਕਰਨ ਲਈ ਅੰਤਰਰਾਸ਼ਟਰੀ ਕਟਹਿਰੇ ਵਿੱਚ ਖੜਾ ਕਰ ਸਕਦਾ ਹੈ, ਤਾਂ ਉਹ ਭਾਰਤ ਪ੍ਰਤੀ ਕਿਉਂ ਚੁੱਪ ਹੈ? ਉਸਨੇ ਭਾਰਤ ਨੂੰ ਕਿਉਂ ਨਹੀਂ ਅੰਤਰਰਾਸ਼ਟਰੀ ਕਟਹਿਰੇ ਦੇ ਵਿੱਚ ਖੜਾ ਕੀਤਾ? ਕਿਉਂਕਿ ਭਾਰਤ ਇੱਕ ਵੱਡਾ ਹਾਥੀ ਹੈ। ਇਸ ਦੇ ਵਿੱਚ ਬਹੁਤ ਸਾਰੇ ਦੁਨੀਆ ਦੇ ਆਰਥਿਕ ਹਿੱਤ ਨੇ। ਇਸ ਕਰਕੇ ਕੀ ਆਰਥਿਕ ਹਿੱਤ ਇਨਸਾਨੀ ਜਾਨਾਂ ਨਾਲੋਂ ਵੱਡੇ ਹੁੰਦੇ ਨੇ? ਇਹ ਸਵਾਲ ਅੱਜ UNO ਦੇ ਅੱਗੇ ਖੜਾ ਹੈ। ਔਰ ਅਸੀਂ ਅੱਜ ਦੇ ਮਾਰਚ ਦੀ ਪੂਰੀ ਰਿਪੋਰਟ ਜਿਹੜੀ ਹੈ UNO ਨੂੰ ਭੇਜਾਂਗੇ ਔਰ ਉਹਨੂੰ ਹਲੂਣਾ ਦੇਣ ਲਈ ਭੇਜਾਂਗੇ ਕਿ ਉਸ ਦੀ ਦਖਲਅੰਦਾਜ਼ੀ ਦੀ ਲੋੜ ਹੈ। ਸਮਾਂ ਹੈ ਕਿ ਉਹ ਦਖਲਅੰਦਾਜ਼ੀ ਕਰੇ ਔਰ ਭਾਰਤ ਨੂੰ ਅੰਤਰਰਾਸ਼ਟਰੀ ਕਟਹਿਰੇ ਦੇ ਵਿੱਚ ਖੜਾ ਕਰੇ। ਜਿੱਥੇ ਤੱਕ ਰਹੀ ਇਨਸਾਫ ਦੀ ਗੱਲ, ਸਾਡੇ ਲਈ ਇਨਸਾਫ ਕੰਪਨਸੇਸ਼ਨ ਨਹੀਂ ਹੈ, ਮੁਆਵਜ਼ੇ ਨਹੀਂ ਹੈ। ਸਾਡੇ ਲਈ ਦੋ ਬੰਦਿਆਂ ਨੂੰ ਜੇਲ੍ਹ ਵਿੱਚ ਸੁੱਟਣਾ ਇਨਸਾਫ ਨਹੀਂ ਹੈ। ਸਾਡੇ ਲਈ ਇਨਸਾਫ ਹੈ ਆਜ਼ਾਦੀ, ਉਸ ਦੇਸ਼ ਤੋਂ, ਉਸ ਨਿਜ਼ਾਮ ਤੋਂ ਆਜ਼ਾਦੀ ਜਿਸ ਨੇ ਇਹ ਕਾਰਾ ਵਰਤਾਇਆ, ਉਸ ਨਿਜ਼ਾਮ ਤੋਂ ਆਜ਼ਾਦੀ ਜਿਸ ਨੇ ਰਾਜਨੀਤਿਕ ਅਤੇ ਪੁਲਿਸ ਵਾਲਿਆਂ ਨੂੰ ਪੁਸ਼ਤਪਨਾਹੀ ਕੀਤੀ, ਉਸ ਨਿਜ਼ਾਮ ਤੋਂ ਆਜ਼ਾਦੀ ਚਾਹੀਦੀ ਹੈ ਜਿਸ ਨੇ ਪੁਲਿਸ ਨੂੰ, ਪੋਲੀਟੀਕਲ ਲੀਡਰਸ਼ਿਪ ਨੂੰ ਇੰਪਿਊਨਿਟੀ ਦਿੱਤੀ ਹੋਈ ਹੈ। ਦੇਖੋ 1984 ਦੇ ਵਿੱਚ ਕਤਲੇਆਮ ਹੋਇਆ, 34 ਵਰੇ ਹੋ ਗਏ ਨੇ ਕੌਮ ਨੂੰ ਕੂਕਦਿਆਂ ਇਨਸਾਫ ਇਨਸਾਫ, ਕੋਈ ਇਨਸਾਫ ਨਹੀਂ ਹੋਇਆ। ਅੱਜ ਬਹਿਬਲ ਕਲਾਂ ਬਰਗਾੜੀ ਕਾਂਡ ਹੋਇਆ, ਉਹਦੇ ਵਿੱਚ ਵੀ 3 ਵਰੇ ਹੋ ਗਏ ਨੇ, ਕੋਈ ਇਨਸਾਫ ਨਹੀਂ ਹੋਇਆ। ਜਿਹੜਾ ਸੌਦਾ ਸਾਜ਼ ਸੀਗਾ ਉਹ ਕਿਸੇ ਹੋਰ ਕਾਰਨਾਂ ਕਰਕੇ ਜੇਲ੍ਹ 'ਚ ਹੈ, ਪਰ ਸਿੱਖਾਂ ਦੇ ਨਾਲ ਜੋ ਉਹਨੇ ਕੀਤਾ, ਜੋ 3 ਸਿੰਘ ਸ਼ਹੀਦ ਕੀਤੇ, ਜਿਹੜਾ ਉਹਨੇ ਬੇਹੁਰਮਤੀ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਅਪਮਾਨ ਕੀਤਾ, ਉਸ ਕੇਸ ਦੇ ਵਿੱਚ ਹਿੰਦੁਸਤਾਨ ਨੇ ਉਹਨੂੰ ਦੋਸ਼ੀ ਨਹੀਂ ਠਹਿਰਾਇਆ, ਉੱਤੇ ਚਲਾਨ ਨਹੀਂ ਪੇਸ਼ ਕੀਤਾ ਜਾਂ ਉਹਨੂੰ ਅਰੈਸਟ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜੇ ਪੁਲਿਸ ਵਾਲੇ ਸੀਗੇ ਜਿਨ੍ਹਾਂ ਨੇ ਬਹਿਬਲ ਕਲਾਂ
ਕਾਂਡ ਕੀਤਾ ਉਹ ਵੀ ਅੱਜ ਆਜ਼ਾਦ ਘੁੰਮ ਰਹੇ ਨੇ। ਇਹ ਸਾਰੀ ਦੀ ਸਾਰੀ ਹਿੰਦੁਸਤਾਨ ਦਾ ਉਹ ਨਿਜ਼ਾਮ ਇਹਨਾਂ ਨੂੰ ਇੰਪਿਊਨਿਟੀ ਦਿੰਦਾ ਹੈ। ਅਸੀਂ ਉਸ ਨਿਜ਼ਾਮ ਤੋਂ ਆਜ਼ਾਦੀ ਚਾਹੁੰਦੇ ਹਾਂ, ਛੁਟਕਾਰਾ ਚਾਹੁੰਦੇ ਹਾਂ। ਅੱਜ ਅਸੀਂ ਮਾਰਚ ਕੱਢਿਆ ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਨੂੰ ਦਰਬਾਰ ਸਾਹਿਬ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ, ਮੋਮਬੱਤੀਆਂ ਜਗਾਈਆਂ, ਮਸ਼ਾਲਾਂ ਨਾਲ ਮਾਰਚ ਕੱਢ ਕੇ ਆਪਣੀ ਸਪਿਰਿਟ ਨੂੰ, ਆਪਣੇ ਜਜ਼ਬੇ ਨੂੰ ਜਿਉਂਦਾ ਰੱਖਣ ਦਾ ਸਬੂਤ ਦਿੱਤਾ। ਸੋ ਬਿਲਕੁਲ 1 ਨਵੰਬਰ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ ਹੋਇਆ, ਉਹਨਾਂ ਨੂੰ ਘਰਾਂ ਤੋਂ ਕੱਢ ਕੇ ਮਾਰਿਆ ਗਿਆ, ਉਸ ਦਾ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ। ਬਹੁਤ ਸਮਾਂ ਲੰਘ ਚੁੱਕਾ ਆ। ਵਿਦੇਸ਼ਾਂ ਦੇ ਤੱਕ ਗੱਲ ਪਹੁੰਚਾਉਣ ਵਾਸਤੇ ਮਾਰਚ ਹਰ ਵਾਰ ਕੱਢੇ ਜਾਂਦੇ ਆ, ਪਰ ਇਸ ਦਾ ਕੋਈ ਬਹੁਤਾ ਅਸਰ ਹੁੰਦਾ ਨਜ਼ਰ ਜਿਹੜਾ ਉਹ ਨਹੀਂ ਆਉਂਦਾ। UNO ਦੀ ਗੱਲ ਕੀਤੀ ਜਾਂਦੀ ਹੈ, ਪਰ UNO ਜਿਹੜਾ ਆ ਉਹ ਵੀ ਚੁੱਪ ਬੈਠਾ ਆ ਇਸ ਮਾਮਲੇ ਦੇ ਵਿੱਚ। ਸੋ ਇਹ ਮਾਰਚ ਦਲ ਖਾਲਸਾ ਵੱਲੋਂ ਕੱਢਿਆ ਗਿਆ। ਕਾਫੀ ਜਥੇਬੰਦੀਆਂ ਜਿਹੜੀਆਂ ਆ ਉਹ ਇਸ ਦੇ ਵਿੱਚ ਸ਼ਾਮਲ ਹੋਈਆਂ। ਉਹਨਾਂ ਨੇ ਸ਼ਾਮਲ ਹੋ ਕੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਤੇ ਇਨਸਾਫ ਮਿਲਣ ਦੀ ਗੱਲ ਜਿਹੜੀ ਆ ਉਹ ਕੀਤੀ। ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਅਰਦਾਸ ਵੀ ਕੀਤੀ ਗਈ ਭਾਈ ਮੋਹਕਮ ਸਿੰਘ ਹੋਰਾਂ ਦੇ ਵੱਲੋਂ, ਤੇ ਦਲ ਖਾਲਸਾ ਦੇ ਜਿਹੜੇ ਨੁਮਾਇੰਦੇ ਕੰਵਰਪਾਲ ਸਿੰਘ ਬਿੱਟੂ ਆ ਉਹਨਾਂ ਨੇ ਵੀ ਇਸ ਮਾਰਚ ਦੇ ਸੰਬੰਧ ਦੇ ਵਿੱਚ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ। ਸੋ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਦੇਖਿਆ ਕਿ ਕਿਵੇਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਚੱਲ ਕੇ ਇਹ ਮਾਰਚ ਜਿਹੜਾ ਆ ਉਹ ਪਹੁੰਚਿਆ ਆ। ਸੋ ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਆ ਇਹ ਅੱਜ ਦਾ ਮਾਰਚ ਜਿਹੜਾ ਆ ਉਹ ਨਿਕਲਿਆ। ਸੋ ਇਹ ਇੱਥੇ ਹੁਣ ਸੰਗਤਾਂ ਜਿਹੜੀਆਂ ਆ ਉਹ ਪਹੁੰਚੀਆਂ ਸੀਗੀਆਂ, ਉਹਨਾਂ ਨੇ 1984 ਜਿਹੜਾ ਮੋਮਬੱਤੀਆਂ ਦੇ ਨਾਲ ਲਿਖਿਆ। ਸੋ ਅੱਜ ਦਾ ਇਹ ਪੂਰਾ ਜਿਹੜਾ ਮਾਰਚ ਆ ਉਹ ਸਿੱਖ ਸੰਗਤਾਂ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੂੰ ਵੀ ਦਿਖਾਇਆ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।